ਖਾਣ ਪੀਣ ਦੀਆਂ ਪਹਿਰਾਵੇ ਦੀਆਂ ਸਾਂਝਾਂ ਹੁੰਦੀਆਂ, ਸਾਡੀਆਂ ਤਾਂ ਗਾਲਾਂ ਦੀਆਂ ਵੀ ਸਾਂਝਾਂ ਨੇ, ਮਿਹਣੇ ਦੀਆਂ ਸਾਂਝਾਂ ਨੇ, ਕਚੀਚੀਆਂ ਦੀਆਂ ਸਾਂਝਾਂ ਨੇ, ਰੜਕ ਮੜਕ ਬੜਕ ਦੀਆਂ ਸਾਂਝਾਂ ਨੇ। ਸਾਡੀਆਂ ਸਾਂਝਾਂ ਤਾਂ ਮਤਲਬ ਮੇਰਾ ਖਿਆਲ ਹੈ ਵੀ ਜੇ ਇੱਕ ਸਾਨੂੰ ਵੀ ਮਾਰਦੇ ਇੱਕ ਕੁਤਰਾ ਮਾਰਦੇ ਆ, ਹੂਰਾ ਮਾਰਦੇ ਕੁਤਰਾ ਮਾਰਦੇ। ਜਿਹੜਾ ਸਰਾਣਾ ਬਣਾਇਆ ਹੋਇਆ ਸੀ ਛੰਨੇ ਦਾ, ਪੌਣੇ 'ਚ ਬੰਨ੍ਹ ਕੇ ਰੋਟੀ ਦਾ, ਕਿ ਜਦੋਂ ਪੁੱਤਰ ਨੂੰ ਭੁੱਖ ਲੱਗੇਗੀ ਇਹਨੂੰ ਮੈਂ ਥੋੜ੍ਹੀ ਜਿਹੀ ਗਿੱਲੀ ਕਰਕੇ ਤੇ ਪਾਣੀ ਨਾਲ ਗਿੱਲੀ ਕਰਕੇ ਇਹਨੂੰ ਦੇ ਦਿਆਂਗੀ। ਉਹ ਕੋਈ ਭੁੱਖਾ ਕੁੱਤਾ ਉਹ ਵੀ ਲੈ ਗਿਆ। ਇੱਕ ਉਹਨਾਂ ਦਾ ਪੁੱਤਰ ਮਾਰਿਆ ਗਿਆ, ਅਨੂਪ ਉਹਦਾ ਨਾਂ ਸੀ। ਉਹ ਘਟਨਾ ਮੈਨੂੰ ਬਹੁਤ ਵਿਚਲਿਤ ਕਰਦੀ। ਜਦੋਂ ਮੈਂ ਪਾਕਿਸਤਾਨ 'ਚ ਆਉਂਦਾ ਮੈਨੂੰ ਘਟਨਾ ਭੁੱਲਦੀ ਨਹੀਂ। ਸੋਚਾਂ ਦੀ ਮਈਅਤ ਨੂੰ ਚਾਹ ਕੇ ਹੁਣ ਮੈਂ ਕਿਹੜੇ ਦਰ ਜਾਵਾਂਗਾ। ਜੇ ਬੋਲਾਂ ਤਾਂ ਮਾਰ ਦੇਣਗੇ, ਨਾ ਬੋਲਾਂ ਤਾਂ ਮਰ ਜਾਵਾਂਗਾ। ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ, ਪਹਿਲਾਂ ਵਾਹ ਨੇ ਟਾਹਣ ਤੋੜੇ ਫਿਰ ਜੜ੍ਹਾਂ ਤੋਂ ਪੁੱਟਿਆ। ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ, ਇੱਕ ਛੰਨਾ ਪੌਣੇ ਬੱਧੀ ਰੋਟੀ ਕੁੱਤਾ ਲੈ ਗਿਆ। ਉਹਦੇ ਇੱਕ ਸ਼ੇਰ ਸੀ ਕਿ ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ, ਇਸ ਤੋਂ ਵੱਧ ਕੇ ਭਲਾ ਹੋਵੇਗਾ ਕਿਹੜਾ ਕਰਬਲਾ। ਜਦੋਂ ਵੀ ਕਦੇ ਪਾਕਿਸਤਾਨ ਆਉਣਾ ਮੈਨੂੰ ਹਮੇਸ਼ਾ ਇਹ ਤਾਂਘ ਹੁੰਦੀ ਹੈ ਕਿ ਜਿਹੜੀ ਮਨਾਂ ਦੇ ਵਿੱਚ ਬਲਦੀ ਅੱਗ ਹੈ, ਨਫ਼ਰਤ ਹੈ ਇੱਕ ਦੂਸਰੇ ਪ੍ਰਤੀ, ਉਹ ਮਿਨੀਮਾਈਜ਼ ਕੀਤੀ ਜਾਵੇ। ਜਨਾਬ ਆਪਣਾ ਪੂਰਾ ਨਾਮ ਕੀ ਹੈ? ਮੇਰਾ ਮਾਪਿਆਂ ਨੇ ਨਾਂ ਤਾਂ ਗੁਰਭਜਨ ਸਿੰਘ ਰੱਖਿਆ ਸੀ, ਗਿੱਲ ਮੇਰਾ ਸਰਨੇਮ ਹੈ। ਇਸ ਕਰਕੇ ਜਿਹੜਾ ਮੇਰਾ ਕਲਮੀ ਨਾਂ ਹੈ, ਜਿਹੜਾ ਮੈਂ ਸ਼ਾਇਰੀ 'ਚ ਨਾਂ ਵਰਤਦਾ, ਉਹ ਗੁਰਭਜਨ ਗਿੱਲ ਵਰਤਦਾ। ਤੇ ਚੜ੍ਹਦੇ ਪੰਜਾਬ ਤੋਂ ਕਿੱਥੋਂ ਆਏ ਹੋ? ਰਹਿੰਦਾ ਤਾਂ ਮੈਂ ਲੁਧਿਆਣੇ ਆ, ਪਰ ਆਇਆ ਮੈਂ ਡੇਰਾ ਬਾਬਾ ਨਾਨਕ ਦੇ ਕੋਲ ਸਾਡਾ ਪਿੰਡ ਹੈ ਬਸੰਤਕੋਟ, ਉਹ ਮੇਰੇ ਨਾਲ ਆਇਆ, ਇਸ ਕਰਕੇ ਮੈਂ ਉੱਥੋਂ ਆਇਆ। ਬਸੰਤਕੋਟ ਬਿਲਕੁਲ ਜਦੋਂ ਡੇਰਾ ਬਾਬਾ ਨਾਨਕ ਤੋਂ ਬਟਾਲੇ ਜਾਈਦਾ ਨਾ, ਰਾਹ 'ਚ ਇੱਕ ਅੱਡਾ ਆਉਂਦਾ ਕੋਟਲੀ ਸੂਰਤ ਮੱਲੀ, ਉਹਦੇ ਨਾਲ ਹੀ ਧਿਆਨਪੁਰ ਨੂੰ ਰਾਹ ਮੁੜਦਾ, ਅਤੇ ਧਿਆਨਪੁਰ ਦੇ ਐਨ ਮੋਢੇ ਨਾਲ ਮੋਢਾ ਜਿਵੇਂ ਦੋ ਭਰਾਵਾਂ ਦਾ ਹੁੰਦਾ, ਇਸ ਤਰ੍ਹਾਂ ਮੇਰਾ ਪਿੰਡ ਹੈ ਬਸੰਤਕੋਟ। ਨਿੱਕਾ ਜਿਹਾ ਪਿੰਡ ਹੈ, ਬਹੁਤਾ ਵੱਡਾ ਨਹੀਂ। ਕਿੰਨੇ ਕੁ ਘਰ ਹੋਣੇ ਨੇ? ਹੋਣਾ ਕੋਈ 250-300 ਘਰ। ਤੇ ਸਾਰਾ ਉਹ ਗਿੱਲਾਂ ਦਾ ਹੀ? ਨਹੀਂ ਇਸੇ ਉੱਜੜ ਕੇ ਗਏ ਇੱਧਰੋਂ ਤੁਹਾਡੇ ਨਾਰੋਵਾਲ 'ਚੋਂ। ਹਾਂ ਚਲੋ ਇਹ ਗੱਲ ਕਰ ਲੈਂਦੇ ਹਾਂ ਕਿ ਤੁਹਾਡੇ ਪੁਰਖੇ, ਤੁਹਾਡੇ ਵੱਡੇ, ਉਹ ਨਾਰੋਵਾਲ ਕਿਹੜੀ ਜਗ੍ਹਾ ਤੋਂ ਗਏ ਨੇ? ਨਿੱਦੋ ਕੇ ਪਿੰਡ ਸੀ ਸਾਡਾ, ਥਾਣੇ ਵਾਲੀ ਨਿੱਦੋ ਕੇ। ਹਾਂ, ਤੇ ਨੇੜੇ ਕਿਹੜਾ ਪਿੰਡ ਸੀ? ਬੁੱਢਾ ਢੋਲਾ। ਹਾਂ, ਲਹਿਲੀਆਂ, ਬੁੱਢਾ ਢੋਲਾ। ਬਾਪੂ ਜੀ ਤੋਂ ਜਿਹੜੇ ਨਾਂ ਸੁਣੇ ਨੇ, ਕਿਉਂਕਿ ਮੈਂ ਤਾਂ 53 ਜੰਮਿਆ, ਇਸ ਕਰਕੇ। ਇੱਕ ਲਹਿਲੀਆਂ ਸੀ, ਇੱਕ ਬੁੱਢਾ ਢੋਲਾ ਸੀ, ਪਿੰਡ ਨਿੱਦੋ ਕੇ ਸੀ। ਨਿੱਦੋ ਕੇ ਥਾਣੇ ਵਾਲੀ ਥਾਣਾ ਸੀ ਉੱਥੇ? ਥਾਣਾ ਸੀ, ਵੱਡਾ ਥਾਣਾ ਸੀ ਉੱਥੇ। ਤੇ ਕੀ ਦੱਸਦੇ ਹੁੰਦੇ ਸੀ ਵੱਡੇ ਨਿੱਦੋ ਕੇ ਦੇ ਬਾਰੇ? ਉਹ ਦੱਸਦੇ ਉਹਦੇ ਬਾਰੇ ਸੀ, ਕਿਉਂਕਿ 47 ਤੋਂ ਪਹਿਲਾਂ ਰਾਵੀ ਤੋਂ ਪਾਰਲੇ ਬੰਨੇ ਜਿੱਥੇ ਹੁਣ ਰਹਿੰਦੇ ਅਸੀਂ, ਸਾਨੂੰ ਜੰਤ ਪਰਿੰਦਾ ਵੀ ਨਹੀਂ ਸੀ ਜਾਣਦਾ। ਕੋਈ ਰਿਸ਼ਤੇਦਾਰੀ ਕੋਈ ਨਹੀਂ ਸੀ, ਕੋਈ ਰੁੱਖ ਐਸਾ ਨਹੀਂ ਜਿਹਦੀ ਛਾਵੇਂ ਬਹਿ ਸਕੀਏ। ਔਰ ਜਦੋਂ ਘਰੋਂ ਉੱਜੜ ਕੇ ਤੁਰੇ ਆ, ਮੇਰੇ ਬਾਪੂ ਜੀ ਦੱਸਦੇ ਸੀ ਕਿ ਇੱਕ ਮੱਝ ਤੋਰ ਲਈ ਨਾਲ, ਬਾਲਟੀ ਚੁੱਕਣੀ ਭੁੱਲ ਗਏ। ਅਤੇ ਜਦੋਂ ਮਾਂ ਨੇ ਆਖਿਆ, ਮੇਰੀ ਦਾਦੀ ਨੇ ਆਖਿਆ ਕਿ ਹਰਨਾਮ ਸਿੰਘ ਬਾਲਟੀ ਤਾਂ ਲੈ ਆ, ਪਰਤ ਕੇ ਗਏ, ਬਾਲਟੀ ਲੈਣ ਗਏ, ਅਤੇ ਉਦੋਂ ਤੱਕ ਜਿਹੜੇ ਘਰ ਨੂੰ ਲੁੱਟਣ ਵਾਲੇ ਸੀ ਉਹਨਾਂ ਦਾ ਕਬਜ਼ਾ ਹੋ ਚੁੱਕਿਆ ਸੀ। ਅਤੇ ਆਖਿਆ ਉਹਨਾਂ ਨੇ ਕਿ ਜੇ ਭਲੀ ਚਾਹੁੰਦਾ ਤਾਂ ਇੰਨੀ ਪੈਰੀ ਮੁੜ ਜਾ, ਨਹੀਂ ਤਾਂ ਬੁਰੀ ਕਰਾਂਗੇ। ਇੱਕ ਛੰਨਾ ਸੀ ਸਿਰਫ ਜਿਹੜਾ ਅਮਾਨਤ ਸੀ ਘਰੋਂ ਲੈ ਕੇ, ਕਾਂਸੀ ਦਾ, ਜਿਹੜਾ ਮੇਰੀ ਮਾਂ ਨੇ ਤੁਰਦਿਆਂ ਰੱਖ ਲਿਆ। ਇੱਕ ਪੌਣਾ ਸੀ ਕਿ ਮੇਰੀ ਵੱਡੀ ਭੈਣ ਮਨਜੀਤ ਕੌਰ ਉਦੋਂ 8 ਸਾਲ ਦੀ ਸੀ, ਅਤੇ ਮੇਰਾ ਵੱਡਾ ਵੀਰ ਜਸਵੰਤ ਸਿੰਘ ਉਦੋਂ ਕੁੱਲ 3.5 ਸਾਲ ਦੇ ਸੀ, ਅਤੇ ਮੇਰੇ ਤੋਂ ਵੱਡੇ ਭਾਈ ਸਾਹਿਬ ਦਾ ਉਦੋਂ ਜਨਮ ਹੋਣ ਵਾਲਾ ਸੀ। ਉਹ ਇਸ ਵਾਸਤੇ ਛੰਨਾ ਰੱਖ ਲਿਆ ਕਿ ਇਸ ਪੌਣੇ 'ਚ ਬੱਚੇ ਦੇ ਖਾਣ ਵਾਸਤੇ ਕੋਈ ਨਾ ਕੋਈ ਚੀਜ਼ ਜਿੱਥੋਂ ਕਿਤੇ ਮਿਲੇਗੀ ਉਹ ਪਾ ਲਿਆ ਕਰਾਂਗੇ। ਅਤੇ ਹੋਇਆ ਇਹ ਕਿ ਜਦੋਂ ਰਾਵੀ ਦੇ ਪਾਰ ਕਰਨਾ ਸੀ, ਅਸੀਂ ਇੱਧਰ ਦੀ ਡੱਡੀਆਂ ਸੂਫੀਆਂ ਵਾਲੇ ਪੱਤਨ ਥਾਣੀ ਰਮਦਾਸ ਦੇ ਕੋਲੋਂ ਕ੍ਰਾਸ ਕਰਨਾ ਸੀ, ਅਤੇ ਦਰਿਆ 'ਚ ਹੜ੍ਹ ਆ ਗਿਆ। ਬਰਸਾਤਾਂ ਬਹੁਤ ਹੋਈਆਂ ਸੀ ਉਦੋਂ, ਅਗਸਤ ਮਹੀਨੇ 'ਚ ਹੜ੍ਹ ਆ ਗਿਆ ਕਰਕੇ 5 ਦਿਨ ਸ਼ਾਇਦ 7 ਦਿਨ ਉਸ ਪੱਤਣ 'ਤੇ ਬਹਿਣਾ ਪਿਆ।
ਹਜ਼ਾਰਾਂ ਲੋਕ ਸੀ ਜਿੰਨਾ ਕ੍ਰਾਸ ਕਰਨਾ ਸੀ। ਖਾਣ ਪੀਣ ਦਾ ਪ੍ਰਬੰਧ ਕੋਈ ਨਹੀਂ ਸੀ। ਕਿਤੇ ਇੱਕ ਅੱਧੀ ਰੋਟੀ ਸੁੱਕੀ ਟੱਕਰ ਗਈ ਔਰ ਛੰਨੇ 'ਚ ਮੇਰੀ ਮਾਂ ਨੇ ਰੱਖ ਲਈ। ਉਹ ਤਾਂ ਬੰਦੇ ਵੀ ਭੁੱਖੇ ਸੀ, ਡੰਗਰ ਵੀ ਭੁੱਖੇ ਸੀ, ਕੁੱਤੇ ਵੀ ਭੁੱਖੇ ਸੀ, ਹਰ ਕੋਈ ਭੁੱਖਾ ਸੀ। ਸਿਰਹਾਣਿਓ ਜਿਹੜਾ ਸਿਰਹਾਣਾ ਬਣਾਇਆ ਹੋਇਆ ਸੀ ਛੰਨੇ ਦਾ, ਪੌਣੇ 'ਚ ਬੰਨ੍ਹ ਕੇ ਰੋਟੀ ਦਾ, ਕਿ ਜਦੋਂ ਪੁੱਤਰ ਨੂੰ ਭੁੱਖ ਲੱਗੇਗੀ ਇਹਨੂੰ ਮੈਂ ਥੋੜ੍ਹੀ ਜਿਹੀ ਗਿੱਲੀ ਕਰਕੇ ਤੇ ਪਾਣੀ ਨਾਲ ਗਿੱਲੀ ਕਰਕੇ ਇਹਨੂੰ ਦੇ ਦਿਆਂਗੀ। ਉਹ ਕੋਈ ਭੁੱਖਾ ਕੁੱਤਾ ਉਹ ਵੀ ਲੈ ਗਿਆ। ਸਣੇ ਪੌਣਾ, ਸਣੇ ਛੰਨਾ, ਸਣੇ ਰੋਟੀ ਖਿੱਚ ਕੇ ਲੈ ਜਾਂਦਾ ਹੈ। ਜਦੋਂ ਇੱਧਰ ਅਸੀਂ ਆਏ ਹਾਂ, ਰਾਵੀ ਪਾਰ ਕੀਤੀ ਹੈ 8ਵੇਂ ਦਿਨ, ਤੱਕ ਸਾਡੇ ਦੂਰ ਦੇ ਕੋਈ ਦੂਰ ਦਰਾਜ਼ ਦੇ ਕੋਈ ਰਿਸ਼ਤੇਦਾਰ ਇੱਥੇ ਰਹਿੰਦੇ ਸੀ ਜਿਨ੍ਹਾਂ ਦੇ ਕੋਲ ਸਾਡੇ ਆਪਣਿਆਂ ਨੇ ਜਾਣਾ ਸੀ। ਉਹਨਾਂ ਦੇ ਪਿੱਛੇ ਪਿੱਛੇ ਮੇਰੇ ਬਾਪੂ ਜੀ, ਮੇਰੀ ਦਾਦੀ, ਮੇਰੀ ਮਾਂ ਬੱਚਿਆਂ ਨੂੰ ਉਂਗਲੀ ਲਾ ਕੇ ਤੁਰ ਪਈ। ਅਤੇ ਉਹਨੇ ਜਦੋਂ ਪਿੱਛੇ ਪਰਤਿਆ ਵੇਖਿਆ ਜਿਨ੍ਹਾਂ ਦੀ ਰਿਸ਼ਤੇਦਾਰੀ ਸੀ ਉਸ ਪਿੰਡ 'ਚ, ਉਹਨੇ ਆਖਿਆ ਕਿ ਤੁਸੀਂ ਕਿੱਧਰ ਮੂੰਹ ਚੁੱਕਿਆ। ਉਹ ਨਹੀਂ ਪੈਰੀ ਪਰਤ ਗਏ। ਮੇਰੇ ਬਾਪੂ ਅਣਖੀਲਾ ਬਹੁਤ ਸੀ, ਬਹੁਤ ਅਣਖ ਵਾਲੇ ਸੀ। ਸਾਰੀ ਜ਼ਿੰਦਗੀ ਉਹਨਾਂ ਨੇ ਫਿਕਰਾ ਨਹੀਂ ਵਿਸਾਰਿਆ ਕਿੱਧਰ ਮੂੰਹ ਚੁੱਕਿਆ। ਮਰਦੇ ਦਮ ਤੱਕ 1987 ਤੱਕ ਉਹਨਾਂ ਨੇ ਫਿਕਰਾ ਵਿਸਾਰਿਆ ਨਹੀਂ ਸੀ। ਜਿਵੇਂ ਪੂਰੀ ਤੁਹਾਡੀ ਹਯਾਤੀ ਦੀ ਪੂੰਜੀ ਰੁੜ ਜਾਂਦੀ, ਉਸ ਕਿਸਮ ਦਾ ਉਜਾੜਾ ਵੇਖਿਆ ਅਸੀਂ 47 ਵੇਲੇ। ਮੇਰੇ ਦਾਦਾ ਜੀ ਸਰਦਾਰ ਬੇਲਾ ਸਿੰਘ, ਉਹਨਾਂ 2 ਪੁੱਤਰ ਸੀ। ਬਾਪੂ ਜੀ ਮੇਰੇ ਵੱਡੇ ਸੀ। ਕੀ ਨਾਮ ਸੀ ਬਾਪੂ ਜੀ ਦਾ? ਸਰਦਾਰ ਹਰਨਾਮ ਸਿੰਘ। ਚਾਚਾ ਜੀ ਮੇਰੇ ਧਿਆਨ ਸਿੰਘ ਸੀ। 3 ਮੇਰੀਆਂ ਭੂਆ ਸੀ, ਮੇਰੀਆਂ ਜਿਹੜੀਆਂ ਸਭ ਤੋਂ ਵੱਡੇ ਭੂਆ ਜੀ ਸਾਡੇ ਬਾਲ ਕੌਰ ਨਾਂ ਸੀ ਉਹਨਾਂ ਦਾ, ਉਹ ਕੁਝ ਨਾਲੇ 'ਚ ਵਿਆਹੇ ਹੋਏ ਸੀ। ਲੱਧੇਵਾਲਾ ਵੜੈਚ 'ਚ ਸਾਡੇ ਫੁੱਫੜ ਜੀ ਸਰਪੰਚ ਸੀ ਉਸ ਪਿੰਡ ਦੇ। ਉਹਨਾਂ ਦਾ ਨਾਮ ਕੈਪਟਨ ਭਾਗ ਸਿੰਘ। ਹਾਂ, ਸੂਬੇਦਾਰ ਭਾਗ ਸਿੰਘ ਕਹਿੰਦੇ, ਪਰ ਉਹ ਕੈਪਟਨ ਭਾਗ ਸਿੰਘ ਨਾਂ ਥੱਲੇ ਜ਼ਿਆਦਾ ਜਾਣੇ ਜਾਂਦੇ ਸੀ। ਉਸ ਵਕਤ ਦੱਸਿਆ ਜਾਂਦਾ, ਜੋ ਮੈਨੂੰ ਜਾਣਕਾਰੀ ਮਿਲੀ ਹੈ, ਕਿ ਉਹ ਜ਼ਿਲ੍ਹਾ ਸੈਨਿਕ ਬੋਰਡ ਦੇ ਵੀ ਪ੍ਰਧਾਨ ਸੀ। ਔਰ ਇੱਕ ਵਾਰ ਕੀ ਹੋਇਆ ਕਿ ਪਿੰਡ 'ਚ ਹੈ ਨਹੀਂ ਸੀ, ਪੰਚਾਇਤੀ ਚੋਣਾਂ ਆ ਗਈਆਂ, ਤਾਂ ਸਾਡੇ ਫੁੱਫੜ ਜੀ ਦੀ ਪੱਗ ਰੱਖ ਕੇ ਪਿੰਡ ਵਾਲਿਆਂ ਨੇ ਸਰਬਸੰਮਤੀ ਨਾਲ ਸਰਪੰਚ ਬਣਾਇਆ ਕਿ ਭਾਗ 'ਚ ਨਹੀਂ ਹੈਗਾ, ਨਾ ਸੀ ਉਹਦੀ ਦਸਤਾਰ ਤਾਂ ਹੈ, ਪਰ ਉਹ ਵੀ 1947 'ਚ ਮਾਰੇ ਗਏ ਇੱਥੇ। ਲੱਧੇਵਾਲੇ ਦੇ ਨੇੜੇ ਕੋਈ ਪਿੰਡ ਸੀ, ਨਾਂ ਤਾਂ ਭੁੱਲ ਗਿਆ ਉਸ ਪਿੰਡ ਦਾ। ਜਦੋਂ ਤੁਰੇ ਪਿੰਡੋਂ ਨਿਕਲੇ ਨੇ ਉਦੋਂ ਮਾਰੇ ਗਏ। ਇੱਕ ਉਹਨਾਂ ਦਾ ਪੁੱਤਰ ਮਾਰਿਆ ਗਿਆ, ਅਨੂਪ ਉਹਦਾ ਨਾਂ ਸੀ। ਉਹ ਘਟਨਾ ਮੈਨੂੰ ਬਹੁਤ ਵਿਚਲਿਤ ਕਰਦੀ। ਜਦੋਂ ਮੈਂ ਪਾਕਿਸਤਾਨ 'ਚ ਆਉਂਦਾ ਮੈਨੂੰ ਘਟਨਾ ਭੁੱਲਦੀ ਨਹੀਂ। ਜਿਹੜਾ ਤੁਹਾਡਾ ਪਰਿਵਾਰ ਸੀ, ਉਹਦੀ ਘਟਨਾਵਾਂ ਜਿਹੜੀ ਹੋਈਆਂ ਨੇ, ਖਾਸ ਕਰਕੇ ਭੂਆ ਜੀ ਦੇ ਪਰਿਵਾਰ ਨਾਲ ਹੋਈਆਂ, ਜਿਹੜੀਆਂ ਵੱਡੇ ਭੂਆ ਜੀ ਦੇ ਪਰਿਵਾਰ ਨਾਲ ਹੋਈਆਂ। ਮੇਰੇ ਬਾਪੂ ਜੀ ਤੋਂ ਵੱਡੇ ਸੀ ਭੂਆ ਜੀ ਸਾਡੇ, ਉਹਨਾਂ ਦਾ ਬੜਾ ਹੀ ਵੱਡਾ ਕੰਟਰੀਬਿਊਸ਼ਨ ਹੈ ਸਾਡੇ ਸਾਰੇ ਪਰਿਵਾਰ ਨੂੰ, ਨਹੀਂ ਰਿਸ਼ਤੇਦਾਰੀ ਤਾਣੇ ਬਾਣੇ ਨੂੰ ਐਜੂਕੇਸ਼ਨ ਦੇ ਰਾਹ ਤੋਰਨ ਦਾ, ਸਾਡੇ ਫੁੱਫੜ ਜੀ ਦਾ। ਕਿਉਂਕਿ ਉਹਨਾਂ ਦੇ ਆਪਣੇ 3 ਪੁੱਤਰ ਸਿੱਖਿਆ ਦੇ ਖੇਤਰ 'ਚ ਬਹੁਤ ਸਿਖਰ 'ਤੇ ਸੀ। ਮੇਰੇ ਸਭ ਤੋਂ ਵੱਡੇ ਭੂਆ ਜੀ ਦੇ ਬੇਟੇ ਕਰਨਲ ਹਰਬੰਸ ਸਿੰਘ, ਜਿਹੜੇ ਬਾਅਦ 'ਚ ਕਰਨਲ ਬਣੇ, ਉਹ ਗੁਜਰਾਂਵਾਲਾ ਦੇ ਵਿੱਚ ਜਿਹੜਾ ਕਾਲਜ ਸੀ, ਗੁਰੂ ਨਾਨਕ ਕਾਲਜ, ਉੱਥੇ ਪੜ੍ਹਦੇ ਹੁੰਦੇ ਸੀ। ਉਹਨਾਂ ਤੋਂ ਛੋਟੇ ਮਲਵਿੰਦਰਜੀਤ ਸਿੰਘ ਵੜੈਚ, ਅਜੇ ਵੀ ਸਾਡੀ ਰਾਹਨੁਮਾਈ ਕਰ ਰਹੇ ਨੇ। ਹਾਂ, ਅਜੇ ਹੈਗੇ ਨੇ। ਉਹ ਚੰਡੀਗੜ੍ਹ ਦੇ ਕੋਲ ਸਾਕੇਤੜੀ ਉੱਥੇ ਰਹਿੰਦੇ ਨੇ। ਉਹ ਹੁਣ ਉਮਰ ਦਰਾਜ਼ ਨੇ ਉਹ ਵੀ। ਅਤੇ ਉਸ ਤੋਂ ਛੋਟੇ ਗੁਰਦਰਸ਼ਨਪਾਲ ਸਿੰਘ ਵੜੈਚ, ਉਹ ਵੀ ਆਰਮੀ 'ਚ ਕਰਨਲ ਰਿਟਾਇਰ ਹੋਏ। ਔਰ ਮੇਰੀ ਸਕੀ ਭੈਣ ਉਹਨਾਂ ਨਾਲ ਮੈਰਿਡ ਹੈ, ਉਹਨਾਂ ਦੀ ਡੈਥ ਹੋ ਚੁੱਕੀ ਹੈ। ਮਨਜੀਤ ਭੈਣ ਜੀ ਸਾਡੇ ਉਹਨਾਂ ਨਾਲ ਹੀ ਮੈਰਿਡ ਨੇ। ਅਤੇ ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ ਕਿ ਉਹ ਜਿਹੜੀ ਮੈਂ ਪਹਿਲੀ ਵਾਰ 97 'ਚ ਜਦੋਂ ਪਾਕਿਸਤਾਨ ਆਇਆ ਨਾ, ਅਤੇ ਨਨਕਾਣਾ ਸਾਹਿਬ ਕਵੀ ਦਰਬਾਰ ਸੀ। ਉੱਥੇ ਜ਼ਹੂਰ ਹੁਸੈਨ ਜ਼ੁਹਰ ਹੋਰਾਂ ਨੇ ਇੱਕ ਗਜ਼ਲ ਸੁਣਾਈ, ਇੱਕ ਕਵਿਤਾ ਦੇ ਵਿੱਚ ਮੈਨੂੰ ਡੈਡੀਕੇਟ ਕੀਤਾ ਉਹਨਾਂ ਨੇ, ਜੀ ਆਇਆਂ ਨੂੰ ਜੀ ਸਰਦਾਰਾ ਸੁਣਾਈ। ਅਤੇ ਉਹਨਾਂ ਨੇ ਜਿਹੜਾ ਇੱਕ ਸ਼ੇਅਰ ਸੁਣਾਇਆ, ਜਿਹੜਾ ਮੈਨੂੰ ਬੜਾ ਚੰਗਾ ਲੱਗਦਾ ਸੀ, ਉਹਨਾਂ ਨੇ ਉੱਥੇ ਸੁਣਾਇਆ। 97 ਦੀ ਗੱਲ ਹੈ, ਇਹ ਨਵੰਬਰ ਦੀ। ਦਸੰਬਰ 'ਚ ਤਾਂ ਫੌਤ ਹੀ ਹੋ ਗਿਆ ਆਪ, ਕਿ ਸੋਚਾਂ ਦੀ ਮਈਅਤ ਨੂੰ ਚਾਹ ਕੇ ਹੁਣ ਮੈਂ ਕਿਹੜੇ ਦਰ ਜਾਵਾਂਗਾ। ਸੋਚਾਂ ਦੀ ਮਈਅਤ ਨੂੰ ਮੈਂ ਚਾਹ ਕੇ ਕਿਹੜੇ ਦਰ ਜਾਵਾਂਗਾ। ਸੋਚਾਂ ਦੀ ਮਈਅਤ ਨੂੰ ਚਾਹ ਕੇ ਹੁਣ ਮੈਂ ਕਿਹੜੇ ਦਰ ਜਾਵਾਂਗਾ। ਜੇ ਬੋਲਾਂ ਤਾਂ ਮਾਰ ਦੇਣਗੇ,
ਨਾ ਬੋਲਾਂ ਤਾਂ ਮਰ ਜਾਵਾਂਗਾ। ਜਦੋਂ ਸੁਣਾ ਕੇ ਹਟੇ ਤਾਂ ਫਿਰ ਮੈਨੂੰ ਯਾਦ ਆ ਗਿਆ ਉਹ ਸਾਰਾ ਮੰਜ਼ਰ, ਮੈਂ ਜਿਹੜੀ ਗਜ਼ਲ ਲਿਖੀ ਹੋਈ ਸੀ ਆਪਣੇ ਪਰਿਵਾਰ ਬਾਰੇ, ਉਹ ਮੈਂ ਉੱਥੇ ਸੁਣਾਈ। ਫਿਰ ਉਹ ਇਸ ਤਰ੍ਹਾਂ ਸੀ ਕਿ ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ, ਪਹਿਲਾਂ ਵਾਹ ਨੇ ਟਾਣ ਤੋੜੇ ਫਿਰ ਜੜ੍ਹਾਂ ਤੋਂ ਪੁੱਟਿਆ। ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ, ਇੱਕ ਛੰਨਾ ਪੌਣੇ ਬੱਧੀ ਰੋਟੀ ਕੁੱਤਾ ਲੈ ਗਿਆ। ਉਹਦੇ ਇੱਕ ਸ਼ੇਰ ਸੀ ਕਿ ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ, ਇਸ ਤੋਂ ਵੱਧ ਕੇ ਭਲਾ ਹੋਵੇਗਾ ਕਿਹੜਾ ਕਰਬਲਾ। ਪੁੱਤਰ ਦੀ ਲਾਸ਼ ਪਈ ਹੈ। ਮੇਰੇ ਭੂਆ ਜੀ ਨਾਲ ਵਾਪਰੀ ਘਟਨਾ, ਜਦੋਂ ਪੁੱਤਰ ਮਾਰਿਆ ਗਿਆ ਤੇ ਉਹ ਸਿੱਧੀ ਚੁੰਨੀ ਉਤਾਰ ਕੇ ਕਿਹਾ, ਪੁੱਤਰ ਮੇਰੇ ਕੋਲ ਤੇਰੇ ਵਾਸਤੇ ਇਸ ਵੇਲੇ ਇਹੋ ਕੁਛ ਹੀ, ਇਸ ਤੋਂ ਬਾਅਦ ਮੇਰੇ ਕੋਲ ਕੁਛ ਇਹਨੂੰ ਆਫਰ ਕਰਨ ਨੂੰ ਹੋਰ ਕੁਛ ਨਹੀਂ ਹੈਗਾ। ਇਸ ਤਰ੍ਹਾਂ ਦਾ ਵਕਤ ਆ। ਆਖਰੀ ਸ਼ੇਰ ਸੀ ਉਹਦੇ 'ਚ, ਹੋਰ ਵੀ ਨੇ ਕਿ ਕਸਰ ਤੂੰ ਛੱਡੀ ਨਾ ਕੋਈ, ਅੱਗ ਲਾ ਕੇ ਆ ਹਵਾ, ਫੇਰ ਵੀ ਤੂੰ ਵੇਖ ਕਿੱਦਾਂ ਝੂਮਦਾ ਜੰਗਲ ਹਰਾ। ਅਸਲ 'ਚ ਮੈਂ ਜਦੋਂ ਵੀ ਕਦੇ ਪਾਕਿਸਤਾਨ ਆਉਣਾ, ਮੈਨੂੰ ਹਮੇਸ਼ਾ ਇਹ ਤਾਂਘ ਹੁੰਦੀ ਹੈ ਕਿ ਜਿਹੜੀ ਮਨਾਂ ਦੇ ਵਿੱਚ ਬਲਦੀ ਅੱਗ ਹੈ, ਨਫ਼ਰਤ ਹੈ ਇੱਕ ਦੂਸਰੇ ਪ੍ਰਤੀ, ਉਹ ਮਿਨੀਮਾਈਜ਼ ਕੀਤੀ ਜਾਵੇ, ਘਟਾਈ ਜਾਵੇ, ਕਿਉਂਕਿ ਇਹਦਾ ਬੜਾ ਵੱਡਾ ਖਮਿਆਜ਼ਾ ਭੁਗਤਿਆ ਸੀ ਔਰ ਨਿਰੰਤਰ ਭੁਗਤ ਰਹੇ ਹਾਂ। ਜਿਸ ਦਿਨ ਕਰਤਾਰਪੁਰ ਸਾਹਿਬ ਦਾ ਕਾਰੀਡੋਰ ਖੁੱਲ੍ਹਿਆ, ਲੋਕਾਂ ਲਈ ਉਹ ਕਾਰੀਡੋਰ ਸੀ, ਲਾਂਘਾ ਸੀ, ਮੇਰੇ ਲਈ ਲਾਂਘਾ ਨਹੀਂ ਹੈ। ਮੇਰੇ ਲਈ ਵਿਸ਼ਵ ਅਮਨ ਦੇ ਵਿੱਚ ਦੱਖਣੀ ਏਸ਼ੀਆ ਦੇ ਇਸ ਖਿੱਤੇ ਦੇ ਵਾਸਤੇ ਉਹ ਸਦੀਵੀ ਇਕਰਾਰਨਾਮਾ ਹੈ, ਗੁਰੂ ਨਾਨਕ ਪਾਤਸ਼ਾਹ ਦੇ ਪੈਰਾਂ ਦੇ ਨਾਲ ਲਿਖਿਆ ਹੋਇਆ। ਸਰ ਅਸੀਂ ਗੱਲ ਨੂੰ ਥੋੜਾ ਅੱਗੇ ਵਧਾਉਂਦੇ ਹਾਂ ਕਿ ਜਦੋਂ ਉਸ ਪਿੰਡ 'ਚ ਤੁਹਾਡੇ ਬਾਪੂ ਜੀ ਗਏ, ਉਹਨਾਂ ਕਿਹਾ ਕਿੱਧਰ ਮੂੰਹ ਚੁੱਕ ਕੇ ਆ ਗਏ ਹੋ, ਅੱਗੇ ਫਿਰ ਕੀ ਸਫ਼ਰ ਹੋਇਆ? ਉਸ ਤੋਂ ਬਾਅਦ 'ਚ ਕੱਚੀ ਅਲਾਟਮੈਂਟ ਉਦੋਂ ਹੋਈ ਲੋਕਾਂ ਦੀ, ਸਾਡੀ ਵੀ ਹੋਈ, ਤੇ ਇਹ ਬਿਲਕੁਲ ਅਲੀਵਾਲ ਉੱਥੇ ਨਹਿਰਾਂ ਦਾ ਜੋੜਫਲ ਹੈ ਇੱਕ ਥਾਂ 'ਤੇ, ਉਹਦੇ ਨਾਲ ਪਿੰਡ ਕੁਲਾਰ, ਉੱਥੇ ਅਸੀਂ 3 ਸਾਲ ਰਹੇ। ਹਾਲਤ ਬਹੁਤ ਮਾੜੀ ਸੀ, ਇੰਨੀ ਮਾੜੀ ਸੀ ਕਿ ਮੇਰੇ ਸਭ ਤੋਂ ਨਿੱਕੇ ਭੂਆ ਜੀ ਦਾ ਵਿਆਹ ਰੱਖਿਆ ਸੀ, ਉਸ ਵੇਲੇ ਕਰਨਾ ਸੀ, ਸਾਰਾ ਦਾਜ ਦੌਣ ਸਾਂਭਿਆ ਸੀ, ਬਣਾਇਆ ਹੋਇਆ ਸੀ। ਰੌਲੇ ਪੈ ਗਏ, ਭਾਜੜਾਂ ਪੈ ਗਈਆਂ, ਭੱਜਣਾ ਪਿਆ, ਪਰ ਵਿਆਹ ਰੱਖਿਆ ਹੋਇਆ ਸੀ। ਜਿਹਦੇ ਨਾਲ ਵਿਆਹ ਕਰਨਾ ਉਹ ਨਹੀਂ ਲੱਭ ਰਿਹਾ, ਉਹ ਉੱਜੜ ਕੇ ਕਿੱਥੇ ਗਏ ਨੇ। ਜਦੋਂ ਉਹ ਲੱਭ ਗਏ ਤਾਂ ਉਹਨਾਂ ਦਾ ਵਿਆਹ ਕਰਨ ਵਾਸਤੇ ਮੇਰੇ ਦਾਦੀ ਜੀ ਨੇ, ਮੇਰੇ ਭੂਆ ਜੀ ਨੇ, ਮੇਰੇ ਚਾਚਾ ਜੀ ਨੇ, ਮੇਰੇ ਫਾਦਰ ਨੇ ਰਲ ਕੇ ਕੋਸ਼ਿਸ਼ ਕੀਤੀ। ਕਪੂਰਥਲੇ ਉਦੋਂ ਰਹਿੰਦੇ ਸੀ ਉਹ, ਮੇਰੇ ਭੂਆ ਜੀ ਦਾ ਪਰਿਵਾਰ, ਦਾਦੀ ਜੀ ਵੀ ਉੱਥੇ ਸੀ, ਮੇਰੀ ਮਾਂ ਵੀ ਉੱਥੇ ਸੀ, ਕਿਉਂਕਿ ਬ੍ਰਦਰ ਦਾ ਜਨਮ ਹੋਣ ਵਾਲਾ, ਸੁਖਵੰਤ ਭਾਜੀ ਦਾ ਜਨਮ ਹੋਣ ਵਾਲਾ ਸੀ। ਉਦੋਂ ਫਿਰ ਵਿਆਹ ਕਰਨਾ ਸੀ ਤਾਂ ਬਾਪੂ ਜੀ ਨੂੰ ਕਿਹਾ ਕਿ ਇੰਨੀ ਤਰੀਕ ਨੂੰ ਲਾਵਾਂ ਦੇਣੀਆਂ ਨੇ, ਫੇਰੇ ਕਰਨੇ, ਤੂੰ ਆ ਜਾ। ਹੁਣ ਜੇਬ 'ਚ ਰੁਪਈਆ ਕੋਈ ਨਹੀਂ, ਕਿਰਾਇਆ ਕੋਈ ਨਹੀਂ, ਭਾੜਾ ਕੋਈ ਨਹੀਂ, ਸਿਰ 'ਤੇ ਬੰਨ੍ਹਣ ਨੂੰ ਪੱਗ ਕੋਈ ਨਹੀਂ। ਉਹਨਾਂ ਆਪ ਦੱਸਦੇ ਹੁੰਦੇ ਸੀ ਕਿ ਸਭ ਤੋਂ ਸਸਤੀ ਜਿਹੜੀ ਕੋਈ ਪੱਗ ਸੀ ਉਹ ਲਈ, ਤੇ ਪੈਦਲ ਸਾਡੇ ਪਿੰਡ ਤੋਂ ਕਪੂਰਥਲਾ ਘੱਟੋ ਘੱਟ ਹੋਏਗਾ ਪਿੰਡ ਤਾਂ 70-75 ਕਿਲੋਮੀਟਰ ਹੋਏਗਾ। ਉਹ ਪੈਦਲ ਤੁਰੇ, ਰਾਤ ਬਾਬੇ ਬਕਾਲੇ ਕੱਟੀ, ਉੱਥੋਂ ਪ੍ਰਸ਼ਾਦਾ ਪਾਣੀ ਲੰਗਰ 'ਚੋਂ ਛਕਿਆ ਗੁਰਦੁਆਰਾ ਸਾਹਿਬ ਤੋਂ। ਅਗਲੇ ਦਿਨ ਭੈਣ ਦੇ ਘਰ ਵੀ ਸ਼ਾਮਲ ਹੋਏ। ਸੋ ਉਹ ਜਿਹੜੀ ਇੱਕ ਖਾਸ ਕਿਸਮ ਦੀ ਪੀੜ ਹੈ ਨਾ, ਉਹ ਇੰਝ ਜਿਵੇਂ ਅੱਡੀ ਦੇ ਥੱਲੇ ਕੋਈ ਕਿੱਲ ਹੋਵੇ, ਜਿਹੜਾ ਜਿਉਂ ਤੁਰਦੇ ਆ ਚੁੱਭਦਾ, ਉਹ ਚੁੱਭਦਾ, ਟਸ ਟਸ ਕਰਦਾ। ਉਹ ਮੇਰੇ ਸੁਭਾਗ ਕੇ ਸਾਡੇ ਪਰਿਵਾਰ ਦੇ ਵਿੱਚ ਸਿੱਖਿਆ, ਮੇਰੇ ਭੂਆ ਜੀ ਕਰਕੇ, ਫੁੱਫੜ ਜੀ ਕਰਕੇ, ਸਾਰੇ ਪਰਿਵਾਰਾਂ ਦੇ ਵਿੱਚ ਸਾਡਿਆਂ 'ਚ ਐਜੂਕੇਸ਼ਨ ਆ ਗਈ। ਔਰ ਮੇਰੇ ਪਰਿਵਾਰ 'ਚ ਐਜੂਕੇਸ਼ਨ ਦਾ ਪੱਕੇ ਪੈਰੀਂ ਜੁੜਨ ਦਾ ਕਾਰਨ ਇਹ ਸੀ ਕਿ ਜਿਹੜੀਆਂ ਜ਼ਮੀਨਾਂ ਸਾਡੀਆਂ ਇੱਧਰ ਰਹਿ ਗਈਆਂ ਸੀ, ਉਹਨਾਂ ਜ਼ਮੀਨਾਂ ਦੀ ਅਲਾਟਮੈਂਟ ਜਿਹੜੀ ਸੀਗੀ ਉੱਧਰ ਜਿਹੜੀ ਹੋਈ, ਉਹਦੀ ਕਾਟ ਚੌਥਾ ਹਿੱਸਾ ਰਹਿ ਗਈ। ਉਸ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਗਹਿਣੇ ਵਾਲੀਆਂ ਸੀ, ਸੋਹਣੀ ਵਾਈ ਸੀ, ਗਹਿਣੇ ਵਾਲੀਆਂ ਜ਼ਮੀਨਾਂ ਦਾ ਮਿਲਿਆ ਕੱਖ ਨਾ, ਅਤੇ ਅਸੀਂ ਥੋੜ੍ਹ ਜ਼ਮੀਨੇ ਜੱਟ ਹੋ ਗਏ। ਉਹ ਫਿਰ ਸਾਨੂੰ ਪੜ੍ਹਾਈ ਵਾਲੇ ਰਾਹ ਤੁਰਨਾ ਪਿਆ, ਜੱਟਾਂ ਵਾਲੇ ਕੰਮ 'ਚ। ਅਤੇ ਹੁਣ ਸੋਚਦੇ ਹਾਂ ਕਿ ਜੇ ਜ਼ਮੀਨਾਂ ਮਿਲ ਜਾਂਦੀਆਂ ਤੇ ਸਾਡੇ ਸਿਰ 'ਚ ਹੀ ਰੂੜੀ ਵਾਲੇ ਟੋਕਰੇ ਹੋਣੇ ਸੀ,
ਫਿਰ ਮੇਰੇ ਭਰਾਵਾਂ ਨੇ ਪ੍ਰਿੰਸੀਪਲ ਨਹੀਂ ਸੀ ਬਣਨਾ, ਮੇਰੀ ਭੈਣ ਨੇ ਪ੍ਰਿੰਸੀਪਲ ਨਹੀਂ ਸੀ ਬਣਨਾ, ਮੈਂ ਯੂਨੀਵਰਸਿਟੀ ਪ੍ਰੋਫੈਸਰ ਨਹੀਂ ਸੀ ਬਣਨਾ, ਮੈਂ ਲੇਖਕ ਨਹੀਂ ਸੀ ਬਣਨਾ। ਸੋ ਸਾਡੇ ਵਾਸਤੇ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ 30 ਸਾਲ ਪੜ੍ਹਾਇਆ। ਉਸ ਤੋਂ ਪਹਿਲਾਂ 7 ਸਾਲ ਕਾਲਜਾਂ ਸੀ, ਦੁਰਾਹਾ ਔਰ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਦੇ ਵਿੱਚ 1 ਸਾਲ ਪੜ੍ਹਾਇਆ ਉੱਥੇ। ਦੁਰਾਹੇ ਦਾ ਜੀ ਅਸੀਂ ਸੁਣਿਆ ਸੀ, ਬਜ਼ੁਰਗ ਦਾ ਇੰਟਰਵਿਊ ਕੀਤਾ ਸੀ ਕਿ ਦੁਰਾਹਾ ਸਾਰਾ ਵੱਢਿਆ ਗਿਆ ਸੀ 47 ਵਿੱਚ। ਰਾਮਪੁਰ ਦੇ ਵਿੱਚ ਵੀ ਬਹੁਤ ਕਤਲੇਆਮ ਹੋਇਆ ਔਰ ਮੈਂ ਇੱਕ ਐਸੇ ਬੰਦੇ ਨੂੰ ਮਿਲਿਆ ਜਿਹੜਾ ਬੰਦਾ ਕਹਿੰਦਾ ਕਿ ਮੈਂ 60 ਤੀਕ ਤੱਕ ਗਿਣਤੀ ਕੀਤੀ ਸੀ ਮਰਿਆਂ ਦੀ, ਹੱਥੀਂ ਮਾਰਿਆਂ ਦੀ, ਮਾਰਨ ਵਾਲਿਆਂ ਦੀ, ਹੱਥੀਂ ਮਾਰਿਆਂ ਦੀ। ਉਸ ਤੋਂ ਬਾਅਦ ਮੈਂ ਗਿਣਨਾ ਬੰਦ ਕਰ ਦਿੱਤਾ ਸੀ। ਉਸ ਤੋਂ ਬਾਅਦ ਉਸ ਬੰਦੇ ਦੀ ਮੈਂ ਸ਼ਕਲ ਨਹੀਂ ਵੇਖ ਸਕਿਆ। ਤੁਹਾਡੇ ਕਰ ਹੀ ਨਹੀਂ ਸਕਿਆ ਦਿਲ? ਮੈਂ ਉਹਦੀ ਸ਼ਕਲ, ਮੈਨੂੰ ਨਫ਼ਰਤ ਆਉਂਦੀ ਸੀ, ਹਕਾਰਤ ਆਉਂਦੀ ਸੀ ਕਿ ਮੈਂ ਦੈਂਤ ਨੂੰ ਮਿਲ ਰਿਹਾ, ਬੰਦੇ ਨੂੰ ਨਹੀਂ ਮਿਲ ਰਿਹਾ। ਇੱਕ ਜਾਨਵਰ ਹੈ, ਬੰਦਾ ਨਹੀਂ। ਉਸ ਟਾਈਮ ਤੇ ਜੋ ਇਹਨੇ ਕੀਤਾ, ਇਹ ਦੁਰਾਹੇ ਦੀ ਗੱਲ, ਇਨਸਾਨ ਨਹੀਂ ਕਰ ਸਕਦਾ। ਦੁਰਾਹੇ ਦੀ ਗੱਲ, ਦੁਰਾਹੇ ਦੇ ਨਾਲ ਪਿੰਡ ਸੀ ਕੋਈ, ਇਨਸਾਨ ਨਹੀਂ ਕਰ ਸਕਦਾ। ਇਨਸਾਨ ਬੰਦੇ ਨੂੰ ਮਾਰ ਹੀ ਨਹੀਂ ਸਕਦਾ। ਉਸ ਵਕਤ ਬੰਦੇ ਦੇ ਅੰਦਰ ਇੱਕ ਹੋਰ ਜਨੌਰ ਬੈਠਾ ਹੁੰਦਾ ਜਿਹੜਾ ਉਸ ਵਕਤ ਉਹ ਬੰਦਾ ਨਹੀਂ ਹੁੰਦਾ। ਤੇ ਕੀ ਦੱਸਦੇ ਹੁੰਦੇ ਸੀ ਬਾਪੂ ਜੀ ਨਿੱਦੋਕੀ ਦੇ ਬਾਰੇ? ਕਿਵੇਂ ਦਾ ਪਿੰਡ ਸੀ? ਕੋਈ ਮੁਸਲਮਾਨ, ਕੋਈ ਯਾਰ, ਕੋਈ ਬੇਲੀ? ਮੈਨੂੰ ਨਾਂ ਨਹੀਂ ਚੇਤੇ, ਐਵੇਂ ਝੂਠ ਮਾਰਦੇ ਆ ਕਿ ਮੈਨੂੰ ਨਾਂ ਚੇਤੇ ਨੇ। ਅੱਛਾ। ਪਰ ਉਹ ਕਹਿੰਦੇ ਸੀ ਕਿ ਮੇਰਾ ਭਾਈਚਾਰਾ ਹੀ ਉਹਨਾਂ ਨਾਲ ਸੀ, ਪਿੰਡ ਦੇ ਈਸਾਈਆਂ ਨਾਲ, ਪਿੰਡ ਦੇ ਮੁਸਲਮਾਨਾਂ ਨਾਲ, ਪਿੰਡ ਦੇ ਕੰਮੀਆਂ ਨਾਲ, ਪਿੰਡ ਦੇ ਉਹਨਾਂ ਕਾਮਿਆਂ ਨਾਲ ਜਿਹੜੇ ਮੇਰੇ ਨਾਲ ਬਰਾਬਰ ਹਲ ਵਾਹੁੰਦੇ ਸੀ, ਪੈੜੀਆਂ ਗੋਡਦੇ ਸੀ, ਫਸਲਾਂ ਗਾਹੁੰਦੇ ਸੀ, ਫਲੇ ਪਾਉਂਦੇ ਸੀ, ਖੂਹ ਹਿੱਕਦੇ ਸੀ। ਜਦੋਂ ਮੈਂ ਕਦੇ ਰਿਸ਼ਤੇਦਾਰੀ ਜਾਂਦਾ ਸੀ, ਮੇਰੇ ਡੰਗਰਾਂ ਨੂੰ ਪੱਠੇ ਪਾਉਂਦੇ ਸੀ, ਚੀਰਨੀਆਂ ਲਾਉਂਦੇ ਸੀ, ਟੋਕਾ ਕਰਾਉਂਦੇ ਸੀ। ਮੇਰੀ ਮਾਂ ਕੋਲੋਂ ਆ ਕੇ ਰੋਟੀਆਂ ਪਕਵਾ ਕੇ ਖਾਂਦੇ ਸੀ। ਬਹੁਤ ਜ਼ਿਆਦਾ ਭਾਈਚਾਰਾ ਸੀ ਉਹਨਾਂ ਦਾ। ਤੇ ਜਦੋਂ ਚਲੇ ਗਏ ਉੱਧਰ, ਹਾਂ, ਫਿਰ ਯਾਦ ਕਰਦੇ ਰਹੇ ਪਿੰਡ ਨੂੰ? ਮਤਲਬ ਆਉਣ ਨੂੰ ਮਨ ਕਰਦਾ ਸੀ? ਉਹ ਤਾਂ ਗਏ ਹੋ ਕੇ ਲੈ ਕੇ, ਮਤਲਬ ਕਿ ਆਪਣੇ ਪਿੰਡ ਨੂੰ ਯਾਦ ਕਰਦੇ ਰਹੇ ਨੇ ਮਰਨ ਤੱਕ? ਉਹਨਾਂ ਨੇ ਮਰਦੇ ਦਮ ਤੱਕ ਕਿਸੇ ਵੀ ਹੋਰ ਧਰਤੀ ਨੂੰ ਆਪਣੀ ਨਹੀਂ ਕਿਹਾ। ਮੇਰਾ ਪਿੰਡ, ਸਾਡਾ ਪਿੰਡ ਨਹੀਂ, ਮੇਰਾ ਨਿੱਦੋਕੇ, ਮੇਰਾ ਨਿੱਦੋਕੇ, ਮੇਰਾ ਨਿੱਦੋਕੇ। ਉਹ ਜਦੋਂ ਗੱਲ ਕਰਦੇ ਸੀ ਨਾ, ਮੈਂ ਇੱਕ ਵਾਰ 83 ਦੀ ਗੱਲ ਦੱਸਦਾ, 1983 ਦੀ। ਮੇਰੇ ਵੱਡੇ ਭੈਣ ਜੀ ਮਨਜੀਤ, ਇੱਕੋ ਮੇਰੀ ਭੈਣ ਹੈ ਵੱਡੀ ਸਭ ਤੋਂ, ਪਰਮਾਤਮਾ ਲੰਮੀ ਉਮਰ ਕਰੇ, ਸਿਹਤਯਾਬ ਨੇ, ਕਰਨਾਲ ਰਹਿੰਦੇ ਨੇ। ਉਹ ਮੇਰੇ ਭਾਜੀ ਤੇ ਬੱਚੇ ਦੋਵੇਂ ਪਾਕਿਸਤਾਨ ਆਏ ਉਦੋਂ, ਤੇ ਜਦੋਂ ਆਏ ਤੇ ਪਿੰਡ ਜਦੋਂ ਗਏ ਤੇ 83 'ਚ ਕੁਛ ਔਰਤਾਂ ਜਿਉਂਦੀਆਂ ਸੀ ਜਿਹੜੀਆਂ ਉਸ ਵਕਤ ਦੀਆਂ ਸੀ, ਉਹਨਾਂ ਦੇ ਉਮਰ ਦੀਆਂ ਨਾ, ਮੇਰੀ ਦਾਦੀ ਦੀ ਉਮਰ ਦੀਆਂ, ਮੇਰੀ ਮਾਂ ਦੀ ਉਮਰ ਦੀਆਂ, ਮੇਰੇ ਬਾਪ ਦੀ ਉਮਰ ਦੀਆਂ। ਉਹ ਜਿਉਂਦੀਆਂ 83 'ਚ ਕਿੰਨਾ ਕੁ ਸਮਾਂ, 83 ਤੋਂ ਬਹੁਤ ਪਿੱਛੇ ਚਲਾ ਗਿਆ। ਉਹਨਾਂ ਨੂੰ ਕਿਸੇ ਇੱਕ ਨੂੰ ਯਾਦ ਸੀ ਕਿ ਇਹਦੀ ਭੂਆ ਦਾ ਵਿਆਹ ਧਰਿਆ ਸੀ, ਪਰ ਉਹਨੇ ਭੁੱਲ ਗਿਆ ਵੀ ਇਹ ਉਹ ਕਰਤਾਰੋ ਹੈ ਕਿ ਉਹਦੀ ਭਤੀਜੀ ਹੈ। ਇਹ ਨਹੀਂ ਸੀ ਯਾਦ, ਉਹਨੂੰ ਇਹ ਭੁੱਲ ਗਿਆ ਸੀ। ਉਹ ਪੁੱਛਦੀ ਹੈ ਕਿ ਤਾਰੋ ਦਾ ਵਿਆਹ ਹੋ ਗਿਆ। 47 ਦੇ ਉਜੜੇ ਨੂੰ 1983 'ਚ ਪੁੱਛਿਆ ਜਾ ਰਿਹਾ ਕਿ ਤੇਰੀ ਭੂਆ ਦਾ ਵਿਆਹ ਹੋ ਗਿਆ। ਉਹਨਾਂ ਵਾਸਤੇ ਵਕਤ ਦੀਆਂ ਘੜੀਆਂ ਖਲੋ ਗਈਆਂ ਸੀ। ਜਦੋਂ ਚਲੇ ਗਏ ਉਹਨਾਂ ਨੇ ਸਮਝਿਆ ਕਿ ਉਹ ਵਕਤ ਫਰੀਜ਼ ਹੋ ਗਿਆ। ਸਮਾਂ ਕਾਲ ਉੱਥੇ ਦਾ ਉੱਥੇ ਰੁਕ ਗਿਆ ਉਹਨਾਂ ਵਾਸਤੇ, ਐਨ ਮਤਲਬ ਉਹ ਉਦੋਂ ਅੱਗੇ ਨਹੀਂ ਉਹਨਾਂ ਦੀ ਘੜੀ ਦੀ ਸੂਈ ਤੁਰੀ। ਜੋ ਦੱਸਿਆ ਉਹਨਾਂ ਨੂੰ ਕਿ ਉਹਨਾਂ ਦੀ ਤਾਂ ਗਾਂ ਧੀ ਵੀ ਵਿਆਹੀ ਹੋਈ ਹੈ, ਉਹਨਾਂ ਬੜਾ ਚਾਅ ਕੀਤਾ। ਉਹਨਾਂ ਨੇ ਬੜੇ ਸੂਟ ਸਾਟ ਲਿਆ ਕੇ ਸਿਰ ਪਲੋਸਿਆ, ਪਿਆਰ ਕੀਤਾ ਪੁਰਾਣੇ ਬਜ਼ੁਰਗਾਂ ਨੇ, ਮੱਥੇ ਚੁੰਮੇ ਬੱਚਿਆਂ ਦੇ। ਜਦੋਂ ਪਰਤ ਕੇ ਵਾਪਸ ਜਾਣਾ ਸੀ ਤੇ ਵਾਹਗਾ ਅਟਾਰੀ ਬਾਰਡਰ ਬਾਈ ਰੋਡ ਆਏ ਸੀ ਉਹ, ਤੇ ਮੇਰੇ ਬਾਪੂ ਜੀ ਤੇ ਮੇਰੇ ਵੱਡੇ ਭਾਈ ਸਾਹਿਬ ਉਹਨਾਂ ਨੂੰ ਰਿਸੀਵ ਕਰਨ ਵਾਸਤੇ, ਲੈਣ ਵਾਸਤੇ ਬਾਰਡਰ 'ਤੇ ਗਏ ਹੋਏ ਸੀ। ਤੇ ਦੋ ਝੰਡੇ ਝੂਲਦੇ ਤਾਂ ਹੁਣ ਵੀ ਝੂਲਦੇ ਉਹੀ ਝੰਡੇ, ਇੱਕ ਪਾਕਿਸਤਾਨ ਦਾ ਹਰਾ, ਇੱਕ ਹਿੰਦੁਸਤਾਨ ਦਾ ਤਿਰੰਗਾ। ਤੇ ਬਾਪੂ ਜੀ ਕਿਉਂਕਿ ਅਨਪੜ੍ਹ ਸੀ, ਬਿਲਕੁਲ ਅਨਪੜ੍ਹ ਸੀ, ਉਹਨਾਂ ਦੇ ਮਨ ਦੇ ਸੰਕਲਪ ਵੀ ਕੋਈ ਨਹੀਂ ਸੀ, ਨਾ ਆਜ਼ਾਦੀ ਦਾ, ਨਾ ਝੰਡਿਆਂ ਦਾ, ਨਾ ਉਹਨਾਂ ਨੂੰ ਆਪਣੇ ਦੁੱਖਾਂ ਦੀ ਸਾਰ। ਨਾਲੇ ਅਨਪੜ੍ਹ ਬੰਦੇ ਵਾਸਤੇ ਕਿਰਤ ਸਭ ਤੋਂ ਵੱਡਾ ਸੱਚ ਹੁੰਦਾ। ਉਹ ਕਹਿੰਦੇ ਉਹ ਜੱਸ ਆਹ ਝੰਡੇ ਕਾਹਦੇ ਨੇ? ਕਹਿੰਦੇ ਬਾਪੂ ਜੀ ਇਹ
ਆਹ ਜਿਹੜਾ ਹਰਾ ਹੈ ਨਾ ਜਿਹਦੇ 'ਚ ਚੰਦ ਤੇ ਤਾਰਾ ਹੈ, ਇਹ ਪਾਕਿਸਤਾਨ ਦਾ ਹੈ। ਆਹ ਤਿਰੰਗਾ ਜਿਹੜਾ ਹਿੰਦੁਸਤਾਨ ਦਾ ਹੈ। ਤਿਰੰਗੇ ਬਾਰੇ ਥੋੜ੍ਹਾ ਜਿਹਾ ਅੰਦਾਜ਼ਾ ਸੀ ਉਹਨਾਂ ਨੂੰ। ਉਹਨਾਂ ਨੇ ਇਹ ਨਹੀਂ ਕਿਹਾ ਸਾਡਾ, ਕਹਿੰਦੇ ਮੇਰਾ ਤੇ ਫਿਰ ਉਹ ਹੋਇਆ ਨਾ, ਮਤਲਬ ਚੰਦ ਤਾਰੇ ਵਾਲੇ ਝੰਡੇ ਵਾਲੇ ਵੇਖ ਕੇ ਕਹਿੰਦੇ ਮੇਰਾ ਤੇ ਫਿਰ ਉਹ ਹੋਇਆ ਨਾ। ਕਹਿੰਦੇ ਇੱਥੇ ਤਾਂ ਦਿਨ ਕੱਟੀ ਕਰਦੇ ਆ ਅਸੀਂ ਪੁੱਤਰ, ਜੰਮਿਆ ਤਾਂ ਮੈਂ ਉੱਥੇ ਹੀ ਸਾਂ ਨਾ। ਤੇ ਜਦੋਂ ਉਹਨਾਂ ਨੇ ਆਖਰੀ ਸਾਹ ਲਏ ਤੇ ਉਹਨਾਂ ਦੀ ਇੱਕ ਗੱਲ ਬੜੀ ਮੈਨੂੰ ਭੁੱਲਦੀ ਨਹੀਂ, ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਸਤਲੁਜ ਦਰਿਆ ਕਿੱਧਰ ਨੂੰ ਜਾਂਦਾ। ਕਹਿੰਦੇ ਪੁੱਤ ਆਹ ਜਿਹੜਾ ਦਰਿਆ ਨਾ ਮੇਰੇ ਫੁੱਲ ਇਹਦੇ 'ਚ ਪਾਇਓ, ਅਸਥੀਆਂ ਦੇ ਇਹਦੀ ਜਲ ਪ੍ਰਵਾਹ ਕਰਿਓ। ਤੇ ਜਦੋਂ 2007 'ਚ ਮੇਰੀ ਮਾਂ ਮਰੀ ਹੈ, ਉਹ ਕਹਿ ਕੇ ਮਤਲਬ ਉਹਨਾਂ ਨੇ ਪਹਿਲਾਂ ਹੀ ਕਹਿ ਰੱਖਿਆ ਸਾਨੂੰ ਸਾਰੇ ਪਰਿਵਾਰ ਨੂੰ ਕਿ ਮੇਰੇ ਜਿਹੜੇ ਅਸਥ ਹੋਣਗੇ ਨਾ, ਜਿਹੜੇ ਤਾਰਦੇ ਅਸੀਂ ਸਿੱਖ ਮਰਿਆਦਾ ਮੁਤਾਬਕ, ਉਹ ਰਾਵੀ ਦਰਿਆ 'ਚ ਉੱਥੇ ਪਾਇਓ, ਰਮਦਾਸ ਦੇ ਨੇੜਿਓ, ਤਾਂ ਕਿ ਉੱਥੇ ਸੋ ਉਸ ਪੁਸ਼ਤ ਦੇ ਅਸੀਂ ਦੇਣਦਾਰ ਹਾਂ। ਉਹਨਾਂ ਬਹੁਤ ਸਾਰੀਆਂ ਚਾਚੀਆਂ, ਮਾਵਾਂ, ਤਾਈਆਂ, ਭੂਆ, ਫੁੱਫੀਆਂ, ਚਾਚਿਆਂ, ਤਾਇਆਂ, ਮਾਸੜਾਂ, ਮਾਸੀਆਂ ਦੇ ਬਹੁਤ ਦੇਣਦਾਰ ਹਾਂ। ਉਹਨਾਂ ਨੇ ਸਾਡੇ ਖਾਤਰ ਕਿੰਨੇ ਜਫਰ ਜਾਲੇ, ਕਿੰਨੇ ਦੁੱਖ ਕੱਟੇ, ਜਿਹਦਾ ਕੋਈ ਲੇਖਾ ਕਾਗਜ਼ ਨਹੀਂ ਕਰ ਸਕਦੇ। ਨਾਨਕੇ ਕਿੱਥੇ ਸੀ ਤੁਹਾਡੇ? ਨਾਨਕੇ ਮੇਰੇ ਦਸਕੇ ਤਹਿਸੀਲ ਦੇ ਵਿੱਚ ਸੀ, ਜੰਡੂ ਸਾਈਆਂ ਦਾ ਪਿੰਡ ਸੀ। ਤੇ ਮੇਰੀ ਮਾਂ ਬਹੁਤ ਨਿੱਕੀ ਸੀ ਜਦੋਂ ਉਹਨਾਂ ਦੇ ਮਾਪਿਆਂ ਦੀ ਮੌਤ ਹੋ ਗਈ। ਮੇਰੀ ਮਾਂ ਮੇਰੇ ਖਿਆਲ 3 ਸਾਲ ਦੀ ਸੀ ਸ਼ਾਇਦ। ਮਾਮਾ ਜੀ ਦੀ ਉਮਰ ਅਜੇ ਸਾਲ ਤੋਂ ਘੱਟ ਸੀ। ਆਖਿਆ ਇਹ ਦੱਸਿਆ ਜਾਂਦਾ ਕਿ ਉਹਨਾਂ ਨੂੰ ਕਿਸੇ ਨੇ ਕੁਛ ਦੇ ਦਿੱਤਾ ਸੀ, ਜਿਹਦੇ ਕਰਕੇ ਸ਼ਾਹੀ ਪਰਿਵਾਰ ਸੀ। ਤੇ ਜਦੋਂ ਮਤਲਬ ਉਹ ਬੱਚੇ 2 ਰਹਿ ਗਏ, ਘਰ 'ਚ ਹੋਰ ਕੋਈ ਨਹੀਂ ਸੀ, ਤੇ ਨਾਨਕੇ ਉਹਨਾਂ ਨੂੰ ਆਪਣੇ ਕੋਲ ਲੈ ਗਏ। ਉਹ ਫਤਾਹਪੁਰ ਪਿੰਡ ਸੀ ਨੇੜੇ, ਕੋਈ ਫਤਿਹਪੁਰ ਹੋਏਗਾ, ਫਤਾਹਪੁਰ ਕਹਿੰਦੇ ਸੀ ਉਹਨੂੰ। ਇਹ ਚੀਮਿਆਂ ਦਾ ਪਿੰਡ ਹੈ। ਨਹੀਂ, ਚੀਮਿਆਂ ਦਾ ਪਿੰਡ ਸੀ ਉਹ। ਮੇਰੇ ਨਾਨਕੇ, ਮੇਰੀ ਮਾਂ ਦੇ ਨਾਨਕੇ ਚੀਮੇ ਸੀ। ਤੇ ਮਾਂ ਜੀ ਜਿਹੜੇ ਨੇ ਸਾਈ ਸੀ? ਮਾਂ ਸਾਹੀ ਸੀ, ਹਾਂ, ਮਾਂ ਸਾਹੀ ਸੀ। ਤੇ ਮਾਂ ਜੀ ਵੀ ਕੋਈ ਜੰਡੂ ਸਾਈ ਦੇ ਬਾਰੇ ਕੋਈ ਗੱਲਬਾਤ? ਨਹੀਂ, ਉਹਨਾਂ ਦੀ ਕੋਈ ਯਾਦ ਹੈ ਹੀ ਨਹੀਂ ਸੀ। ਯਾਦ ਨਹੀਂ ਸੀ ਉਹਨਾਂ ਦੀ, ਯਾਦ ਕੋਈ ਹੈ ਹੀ ਨਹੀਂ ਸੀ। ਉਹਨਾਂ ਦੀ ਇੱਕ ਚਾਚੀ ਸੀ ਜਿਹੜੀ ਬਾਅਦ ਵਿੱਚ ਜਾ ਕੇ ਮਲੇਰਕੋਟਲਾ ਦੇ ਕੋਲ ਇੱਕ ਪਿੰਡ ਹੈ ਕਸਬਾ ਭਰਾਲ, ਉੱਥੇ ਜਾ ਕੇ ਉਹ ਉਹਨਾਂ ਦੀ ਅਲਾਟਮੈਂਟ ਹੋਈ। ਪਰ ਸਾਡਾ ਕੋਈ ਮਤਲਬ ਲੰਮਾ ਚੌੜਾ ਆਉਣ ਜਾਣ ਰਿਹਾ ਨਹੀਂ, ਕਿਉਂਕਿ ਮੇਰੀ ਮਾਂ ਰਹੀ ਨਹੀਂ ਉਸ ਪਿੰਡ ਦੇ ਵਿੱਚ, ਜੰਡੂ ਸਾਈਆਂ ਦੇ ਵਿੱਚ। ਸਾਡੀ ਜਿੰਨੀ ਵੀ ਸਾਂਝ ਸੀ ਉਹ ਆਪਣੇ ਮਾਮਾ ਜੀ ਮੇਰੇ ਇੱਕੋ ਹੀ ਸੀ, ਫਕੀਰ ਸਿੰਘ, ਉਹਨਾਂ ਦੇ ਜਿਹੜੇ ਅੱਗੋਂ ਮਾਮੇ ਦੇ ਪੁੱਤਰ ਸੀ ਸਰਦਾਰ ਬੂੜ ਸਿੰਘ ਅਤੇ ਸਰਦਾਰ ਖਜਾਨ ਸਿੰਘ। ਇਹ ਬਹੁਤੇ ਸਾਡੇ ਰਿਸ਼ਤੇਦਾਰਾਂ 'ਚ ਇਹੀ ਹੈ ਕਿ 3 ਭਰਾ ਸਨ, ਜਦ ਕਿ ਹੈ ਮਾਮੇ ਭੂਆ ਦੇ ਪੁੱਤਰ ਸੀ। ਇੰਝ ਲੱਗਦਾ ਸੀ ਕਿ ਇਹੀ ਭਰਾ ਨੇ। ਹਾਂ। ਤੇ ਨਿੱਦੋਕੇ ਦੇ ਹੋਰ ਜਿਹੜੇ ਲੋਕ ਸਨ ਉਹ ਕਿੱਥੇ ਆਬਾਦ ਹੋਏ? ਤੁਸੀਂ ਤਾਂ ਚਲੇ ਗਏ ਨਾ ਉੱਧਰ। ਸਾਡੇ ਬਹੁਤ ਸਾਰੇ ਲੋਕ ਜਿਹੜੇ ਨਿੱਦੋ ਕਹਿੰਦੇ, ਉਹਦੇ 'ਚ ਕਲਾਨੌਰ ਕੁਛ ਲੋਕ ਬੈਠੇ ਆ। ਕਲਾਨੌਰ, ਹਾਂ। ਤੇ ਜ਼ਿਆਦਾ ਅਸੀਂ ਇੱਥੇ ਹੀ ਹਾਂ, ਇਸੇ ਪਿੰਡ 'ਚ ਥੋੜ੍ਹੇ ਜਿਹੇ ਟੱਬਰ ਅਸੀਂ ਇੱਥੇ ਹੀ ਹਾਂ। ਮੇਰੇ ਤਾਇਆ ਜੀ ਖਜਾਨ ਸਿੰਘ ਸੀ, ਮਤਲਬ ਇੱਕ ਫਾਸਲਾ ਸੀ, ਸਟੈਪ ਫਰਕ ਸੀ। ਉਹ ਸਾਡੇ ਮਤਲਬ ਬਾਪੂ ਜੀ ਸਾਹਿਬ, ਦਾਦਾ ਜੀ ਮੇਰੇ ਸਾਹਿਬ ਬੇਲਾ ਸਿੰਘ ਸੀ, ਉਹਨਾਂ ਦੇ ਕਜ਼ਨ ਸੀ ਹਰੀ ਸਿੰਘ, ਉਸ ਪਰਿਵਾਰ ਦੇ ਵਿੱਚ। ਉਹਨਾਂ ਦੇ ਅੱਗੋਂ ਸਪੁੱਤਰ ਨੇ ਸਾਹਿਬ ਗੁਰਦਿਆਲ ਸਿੰਘ, ਉਹ ਅਜੇ ਜਿਉਂਦੇ ਨੇ, ਜਿਹੜੇ ਮੇਰੇ ਭਰਾ ਹੀ ਲੱਗੇ, ਪਰ ਉਮਰ 'ਚ ਮੇਰੇ ਤੋਂ ਬਹੁਤ ਵੱਡੇ ਨੇ। ਉਹ ਪਰਿਵਾਰ ਦੂਸਰੀ ਵਾਰੀ ਆਏ ਹੋ ਪਾਕਿਸਤਾਨ? ਨਹੀਂ, ਮੈਂ 7ਵੀਂ ਵਾਰ ਆਇਆ। ਅੱਛਾ, 7ਵੀਂ ਵਾਰੀ ਪਾਕਿਸਤਾਨ ਆਏ ਹੋ ਤੇ ਨਿੱਦੋਕੇ ਵੇਖਣ ਦਾ ਮੌਕਾ ਬਣਿਆ? ਨਹੀਂ ਵੇਖ ਸਕੇ? ਨਹੀਂ। ਮਤਲਬ ਮਨ 'ਚ ਹੀ ਹੈ ਨਿੱਦੋਕੇ? ਮੈਂ ਜਦੋਂ 2014 'ਚ ਆਇਆ ਨਾ, ਤੇ ਨਨਕਾਣਾ ਸਾਹਿਬ ਜਾਣਾ ਚਾਹੁੰਦਾ ਸੀ ਮੈਂ ਉਦੋਂ, ਭਾਵੇਂ 2 ਵਾਰ ਪਹਿਲਾਂ ਵੀ 3 ਵਾਰ ਪਹਿਲਾਂ ਵੀ ਜਾਇਆ ਸੀ। ਉਦੋਂ ਇੱਥੇ ਟਰਕੀ ਦਾ ਰਾਸ਼ਟਰਪਤੀ ਆਇਆ ਹੋਇਆ ਸੀ, ਤੇ ਸਾਰੀ ਹੋਮ ਮਿਨਿਸਟਰੀ ਤੁਹਾਡੀ ਇੱਥੋਂ ਦੀ ਬਿਜ਼ੀ ਸੀ, ਤੇ ਉਹ ਸਾਡਾ ਕਾਗਜ਼ ਪੱਤਰ ਠੀਕ ਤਰ੍ਹਾਂ ਨਾਲ ਤੁਰ ਨਾ ਸਕਿਆ, ਤੇ ਇਨਕਾਰ ਹੋ ਗਿਆ ਕਿ ਨਹੀਂ ਜਾ ਸਕਦੇ ਤੁਸੀਂ। ਅਸੀਂ ਜਾ ਵੀ ਨਹੀਂ ਸੀ ਸਕੇ। ਫਿਰ ਮੈਂ ਗਜ਼ਲ ਲਿਖੀ ਸੀ ਕਿ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਆਪਣੇ ਘਰ ਪਰਦੇਸੀਆਂ ਵਾਂਗਰ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ?
ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਹੂੰ ਤਾਂ ਗਲਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ। ਹੂੰ ਇਹਨਾਂ ਨੇ ਮੁੜਿਆ ਆਪਣੇ ਸਾਡੇ ਮੇਰੇ ਮਿੱਤਰ ਨੇ ਤੁਹਾਡੇ ਨਾਸਿਰ ਢਿੱਲੋਂ ਤੇ ਭੁਪਿੰਦਰ ਲਵਲੀ, ਉਹਨਾਂ ਨੇ ਆਪਣੇ ਪੰਜਾਬੀ ਲਹਿਰ ਦਾ ਇਹਨੂੰ ਸਿਗਨੇਚਰ ਸੌਂਗ ਬਣਾਇਆ ਹੋਇਆ। ਉਹ ਮੁੰਡਾ ਮੇਰਾ ਬਹੁਤ ਪਿਆਰਾ ਵੀਰ ਹੈ ਨਿੱਕਾ, ਸ਼ੀਰਾ ਜਸਵੀਰ ਨੇ, ਸ਼ੀਰਾ ਜਸਵੀਰ। ਬਹੁਤ ਸੋਹਣਾ ਜੀ। ਇਹਨੂੰ ਇਹ ਤੁਸੀਂ ਉਦੋਂ ਲਿਖੀ ਸੀ? ਇਹ ਮੈਂ 14 'ਚ ਲਿਖਿਆ ਸੀ। ਆਪਣੀ ਜੀ ਹੁਣ ਤੱਕ ਬੁੱਕਸ ਆ ਚੁੱਕੀਆਂ ਨੇ ਸ਼ਾਇਰੀ ਦੀਆਂ? ਮੇਰੀਆਂ 16 ਕਿਤਾਬਾਂ ਆ ਚੁੱਕੀਆਂ ਨੇ ਜੀ। ਕਿਹੜੀ ਕਿਹੜੀ? ਤੇ ਸਭ ਤੋਂ ਪਹਿਲੀ ਕਿਤਾਬ ਮੈਨੂੰ 1978 ਛਪੀ ਸੀ, ਸ਼ੀਸ਼ਾ ਝੂਠ ਬੋਲਦਾ ਹੈ। ਦੂਸਰੀ ਹਰ ਤੁਖ ਦਾ ਪਿੰਡ ਮੇਰਾ ਹੈ, 1987 ਛਪੀ ਸੀ। ਫਿਰ 92 ਛਪੀ ਸੀ, ਬੋਲ ਮਿੱਟੀ ਦਾ ਬਾਵਿਆ। ਉਸ ਤੋਂ ਬਾਅਦ 'ਚ ਮੇਰੀ ਕਿਤਾਬ 96 ਛਪੀ ਸੀ, ਦੋ ਹਰਫ ਰਸੀਦੀ, ਸੁਰਖ ਸਮੁੰਦਰ। ਅਗਨ ਕਥਾ 2000 ਛਪੀ ਸੀ। 2004 ਦੇ ਵਿੱਚ ਮਨ ਦੇ ਬੂਹੇ ਬਾਰੀਆਂ ਛਪੀ ਸੀ। ਫਿਰ 5 ਵਿੱਚ ਮੇਰੀ ਕਿਤਾਬ ਛਪੀ ਸੀ ਧਰਤੀ ਨਾਦ। ਫਿਰ 2013 ਦੇ ਵਿੱਚ ਮੇਰੀ ਕਿਤਾਬ ਛਪੀ ਸੀ ਮਨ ਤੰਦੂਰ। ਉਹਦੇ ਨਾਲ ਹੀ ਫਿਰ ਮੇਰੀ ਕਿਤਾਬ ਇੱਕ ਆਈ ਸੀ, ਪਹਿਲਾਂ ਆ ਗਈ ਸੀ, ਖੈਰ ਪੰਜਾਂ ਪਾਣੀਆਂ ਦੀ, ਜਿਹਦੀ ਸ਼ਾਹਮੁਖੀ ਅਤੇ ਗੁਰਮੁਖੀ ਛਪੀ ਸੀ। ਅਤੇ ਉਸ ਤੋਂ ਬਾਅਦ ਫਿਰ ਮੇਰੀ 2015 'ਚ ਕਿਤਾਬ ਆਈ ਗੁਲਨਾਰ, ਗਜ਼ਲ ਦੀ ਕਿਤਾਬ ਹੈ। ਫਿਰ 18 'ਚ ਆਈ, ਉਹਦਾ ਨਾਂ ਸੀ ਮਿਰਗਾਵਲੀ। ਮਿਰਗ ਚੀਤੇ ਨੂੰ ਕਹਿੰਦੇ ਨੇ, ਇਹਨੂੰ ਆਪਣੇ ਨੂੰ ਹਿਰਨ ਨੂੰ ਕਹਿੰਦੇ ਨੇ, ਹਿਰਨਾਂ ਦੀ ਡਾਰ ਨੂੰ ਮਿਰਗਾਵਲੀ ਕਹਿੰਦੇ ਨੇ। ਅਤੇ ਉਸ ਤੋਂ ਬਾਅਦ ਫਿਰ ਮੇਰੀ ਕਿਤਾਬ ਆਈ ਸੀ ਰਾਵੀ 2018 'ਚ, ਕਿ ਸ਼ਾਇਦ 19 ਸੀ। ਉਹ ਅਸੀਂ ਸ਼ਾਹਮੁਖੀ 'ਚ ਇੱਥੇ ਵੀ ਪ੍ਰਿੰਟ ਕਰਵਾਈ ਸਾਂਝ ਪ੍ਰਕਾਸ਼ਨ ਵੱਲੋਂ। ਅੱਜ ਕਿਹੜੀ ਕਿਤਾਬ? ਅੱਜ ਮੇਰੀ ਕਿਤਾਬ ਪਿਛਲੇ ਸਾਲ ਛਪੀ ਸੀ ਇੱਕ, ਉਹਦਾ ਨਾਂ ਸੀ ਸੁਰਤਾਲ। ਸੁਰਤਾਲ, ਹਾਂ, ਗਜ਼ਲ ਦੀ ਕਿਤਾਬ ਹੈ। ਮੇਰੇ ਸੱਜਣ ਨੇ ਤੁਹਾਡੇ ਇੱਥੇ, ਬਹੁਤ ਪਿਆਰੇ ਇਨਸਾਨ ਨੇ, ਆਸਿਫ ਰਜ਼ਾ, ਮਿਲਿਆ ਤਾਂ ਉਹਨਾਂ ਨੂੰ ਰਾਤੀ ਆ, ਪਹਿਲਾਂ ਮੈਂ ਜਾਣਦਾ ਵੀ ਨਹੀਂ ਸਾਂ, ਮਿਲਿਆ ਵੀ ਕਦੇ ਨਹੀਂ ਸਾਂ। ਉਹਨਾਂ ਹਿੰਮਤ ਕਰਕੇ ਉਸਨੂੰ ਸ਼ਾਹਮੁਖੀ 'ਚ ਕਰ ਦਿੱਤਾ, ਕਰਕੇ ਮੈਨੂੰ ਭੇਜਤਾ। ਛਾਪ ਕੇ ਅਸੀਂ ਇੰਡੀਆ ਤੋਂ ਲਿਆਏ ਹਾਂ। ਹਾਂ ਹਾਂ, ਛਾਪ ਕੇ ਆਪ ਲਿਆਏ ਹਾਂ। ਅੱਜ ਉਹਦੀ ਮੁੱਖ ਵਿਖਾਲੀ? ਅੱਜ ਮੁੱਖ ਵਿਖਾਲੀ ਕਰਾਂਗੇ ਅਤੇ ਤੁਹਾਨੂੰ ਵੀ ਦਿਆਂਗੇ। ਤੇ ਆਖਰ ਤੇ ਦੋਵਾਂ ਪੰਜਾਬਾਂ ਦੇ ਲੋਕਾਂ ਨੂੰ ਕੋਈ ਮੈਸੇਜ, ਪਿਆਰ ਮੁਹੱਬਤ ਦਾ? ਮੈਸੇਜ ਤਾਂ ਕੋਈ ਨਹੀਂ ਸੁਣਦਾ, ਦੇਣ ਦਾ ਫਾਇਦਾ ਕੋਈ ਨਹੀਂ। ਇੱਕੋ ਗੱਲ ਆਖਾਂਗਾ, ਦੁਨੀਆ ਭਰ 'ਚ ਵਾਸਤੇ ਪੰਜਾਬੀਓ, ਜੇ ਦੱਖਣੀ ਏਸ਼ੀਆ ਦਾ ਅਮਨ ਸਲਾਮਤ ਹੈ ਤਾਂ ਤੁਹਾਡੀ ਹੋਂਦ ਸਲਾਮਤ ਹੈ। ਜੇ ਇੱਥੋਂ ਦਾ ਅਮਨ ਸਲਾਮਤ ਨਹੀਂ, ਤੁਹਾਡੀ ਹੋਂਦ ਸਲਾਮਤ ਨਹੀਂ। ਯਾਰ, ਲੋਕਾਂ ਦੀਆਂ ਤਾਂ ਸਾਂਝਾਂ ਹੁੰਦੀਆਂ, ਇਕੱਲੀਆਂ ਜ਼ੁਬਾਨ ਦੀਆਂ ਸਾਂਝਾਂ ਹੁੰਦੀਆਂ, ਖਾਣ ਪੀਣ ਦੀਆਂ, ਪਹਿਰਾਵੇ ਦੀਆਂ ਸਾਂਝਾਂ ਹੁੰਦੀਆਂ। ਸਾਡੀਆਂ ਤਾਂ ਗਾਲਾਂ ਦੀਆਂ ਵੀ ਸਾਂਝਾਂ ਨੇ, ਮਿਹਣੇ ਦੀਆਂ ਸਾਂਝਾਂ ਨੇ, ਕਚੀਚੀਆਂ ਦੀਆਂ ਸਾਂਝਾਂ ਨੇ, ਰੜਕ ਮੜਕ ਬੜਕ ਦੀਆਂ ਸਾਂਝਾਂ ਨੇ। ਸਾਡੀਆਂ ਸਾਂਝਾਂ ਤਾਂ ਮਤਲਬ ਮੇਰਾ ਖਿਆਲ ਹੈ ਵੀ ਜੇ ਘਸੁੰਨ ਵੀ ਮਾਰਦੇ, ਇੱਕ ਤਰ੍ਹਾਂ ਮਾਰਦੇ ਆ, ਹੂਰਾ ਮਾਰਦੇ, ਇੱਕ ਤਰ੍ਹਾਂ ਮਾਰਦੇ। ਪੰਜਾਬੀਆਂ ਦਾ ਘਸੁੰਨ ਵੀ ਇੱਕ ਤਰ੍ਹਾਂ ਹੈ। ਮੈਂ ਕਹਿੰਦਾ ਫਰਕ ਕੋਈ ਨਹੀਂ। ਚਲੋ ਮਾਰਨਾ ਕਾਹਨੂੰ ਹੈ। ਉਹ ਸਾਡੀ ਤਾਂ ਹੁਣ ਜੇ ਮੈਂ ਜਾ ਕੇ ਜਰਮਨ 'ਚ ਆਖਾਂ ਕਿ ਗੋਲੀ ਮਾਰੋ ਆਸ਼ਕ ਦੇ, ਜਿਹੜਾ ਅੱਖ ਦੀ ਰਮਜ ਨਾ ਜਾਣੇ, ਉਹਨੇ ਕਹਿਣਾ ਇਹ ਭਾਈ ਪਤਾ ਕੀ ਬੋਲੀ ਜਾਂਦਾ। ਤੈਨੂੰ ਤਾਂ ਸਮਝ ਆ ਗਈ ਹੈ ਨਾ। ਸੋ ਇਸ ਕਰਕੇ ਸਾਡੀਆਂ ਸਾਂਝਾਂ ਤੇ ਜਿਹੜੀਆਂ ਨੇ, ਉਹਨਾਂ ਦਾ ਧਰਾਤਲ ਹੀ ਵੱਖਰਾ। ਸਾਡੀ ਸਾਂਝ ਨਹੀਂ ਹੈਗੀ, ਅਸੀਂ ਤਾਂ ਇੱਕ ਜਿਸਮ, ਇੱਕ ਜਾਨ ਹੈ ਯਾਰ। ਇਹ ਤਾਂ ਵਕਤੀ ਲੋੜਾਂ ਨੇ ਕਿ ਸਾਨੂੰ ਟੱਬਰ ਅੱਡੋ ਅੱਡ ਹੁੰਦੇ ਆ, ਇਹ ਕੋਈ ਮਾੜੀ ਗੱਲ ਨਹੀਂ ਹੈਗੀ। ਘਰ 'ਚ ਇੱਕ ਭੈਣ ਭਰਾ ਵੀ ਹੁੰਦੇ ਨੇ ਸਕੇ। ਮੈਂ ਤਾਂ ਇੱਕ ਥਾਂ 'ਤੇ ਲਿਖਿਆ ਸੀ ਕਿ ਸਾਡੀ ਪਾਟ ਕੀ ਫੁਲਕਾਰੀ, ਹੱਥਾਂ ਵਿੱਚ ਟੋਟੇ ਲੀਰਾਂ ਦੇ। ਸਾਡੀ ਤਾਂ ਸਾਂਝ ਦੀ ਫੁਲਕਾਰੀ ਸਾਡੀਆਂ ਭੈਣਾਂ ਨੇ ਇਕੱਠੀਆਂ ਨੇ ਬਹਿ ਕੇ ਆਪਣੇ ਗੋਡਿਆਂ 'ਤੇ ਰੱਖ ਕੇ ਕੱਢੀਆਂ ਨੇ। ਸਾਡੀ ਰੋਟੀ ਬੁਰਕੀ ਦੀ ਸਾਂਝ ਸੀ। ਤੁਹਾਡੇ ਘਰ ਸੇਵੀਆਂ ਰਿੱਝਦੀਆਂ ਸੀ ਤੇ ਮੇਰੀ ਮਾਂ ਨੂੰ ਭਰੋਸਾ ਆਉਂਦਾ ਸੀ ਸੇਵੀਆਂ ਆਉਣਗੀਆਂ। ਇਹ ਪੰਜਾਬੀ ਸਾਹਿਤ ਅਕਾਡਮੀ ਦਾ ਪ੍ਰਧਾਨ ਰਿਹਾ ਉੱਥੇ ਇੰਡੀਆ ਦੇ ਵਿੱਚ 2010 ਤੋਂ 14 ਤੱਕ। ਹੁਣ ਜਿਹੜੀ ਟੀਮ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ, ਮੈਂ ਪਬਲੀਕੇਸ਼ਨ ਕਮੇਟੀ ਦਾ ਚੇਅਰਮੈਨ ਹਾਂ। ਅਤੇ ਮੈਂ ਪਹਿਲਾ ਕੰਮ ਜਿਹੜਾ ਕਰਨਾ ਹੁਣ ਮਤਲਬ ਜਾ ਕੇ, ਉਹ ਤੁਹਾਡੇ ਪੋਠੋਹਾਰੀ ਲੋਕ ਗੀਤਾਂ ਦੀ ਕਿਤਾਬ ਛਾਪ ਰਹੇ ਅਸੀਂ। ਪਹਿਲਾਂ ਅਸੀਂ ਮੌਲਾ ਬਖਸ਼ ਕੁਸ਼ਤਾ ਸਾਹਿਬ ਦੀ ਵੱਡੀ ਕਿਤਾਬ ਹੈ ਇੱਕ, ਪੰਜਾਬੀ ਸ਼ਾਇਰਾਂ ਦਾ ਤਜ਼ਕਰਾ, ਉਹ 2013 ਛਾਪੀ ਸੀ। ਉਹ ਲਗਭਗ 600 ਸਫ਼ਿਆਂ ਦੀ ਕਿਤਾਬ ਹੈ। ਹੁਣੇ ਹੀ ਨੂਰ ਮੁਹੰਮਦ ਨੂਰ ਸਾਡੇ ਦੋਸਤ ਨੇ,
ਮਲਕੋਟਲਾ ਰਹਿੰਦੇ ਨੇ, ਉਹਨਾਂ ਨੇ 101 ਪਾਕਿਸਤਾਨ ਦੇ ਪੋਇਟਸ ਦੀ ਗਜ਼ਲ ਦੀ ਕਿਤਾਬ ਤਿਆਰ ਕੀਤੀ ਸੀ, ਗਜ਼ਲ ਗੁਲਜ਼ਾਰ ਵਾਗਿਓਂ ਪਾਰ, ਉਹ ਪਬਲਿਸ਼ ਕਰਕੇ ਆਏ ਹਾਂ। ਮਤਲਬ ਸਾਡਾ ਤਾਂ ਅਸੀਂ ਉਹ ਸਿਪਾਹੀ ਹਾਂ ਜਿਨ੍ਹਾਂ ਨੇ ਸ਼ਬਦ ਦੇ ਸੱਭਿਆਚਾਰ ਤੇ ਫਰੰਟ ਤੇ ਮੁਹਾਜ ਤੇ ਲੜਨਾ। ਮਤਲਬ ਕਿ ਤੁਸੀਂ ਇੱਕ ਲਿਖਤ ਦੇ ਵਿੱਚ ਅਸੀਂ ਖਿੜਕੀਆਂ ਉਹ ਖੋਲ੍ਹਣੀਆਂ ਨੇ ਜਿਹੜੀਆਂ ਨੇ ਮੁਹੱਬਤ ਵੰਡਣਗੀਆਂ, ਵਧਾਉਣਗੀਆਂ। ਮੈਂ ਤਾਂ ਲੱਖ ਸ਼ੁਕਰਾਨਾ ਕਰਦਾ ਹਕੂਮਤਾਂ ਦਾ ਕਿ ਸਾਨੂੰ ਉਹਨਾਂ ਨੇ ਪ੍ਰਵਾਨਗੀ ਦਿੱਤੀ ਕਿ ਅਸੀਂ ਤੁਹਾਨੂੰ ਮਿਲ ਸਕੇ ਹਾਂ, ਗੱਲਾਂ ਇੰਨੀਆਂ ਕਰ ਸਕੇ ਹਾਂ। ਜੇ ਨਾ ਦਿੰਦੀਆਂ ਫਿਰ ਆਪਾਂ ਕੀ ਕਰ ਲੈਂਦੇ, ਹੋ ਕੇ ਭਰਨੇ ਸੀ ਨਾ, ਇਹ ਦੋਵਾਂ ਮਰ ਮੁਰ ਜਾਂਦੇ। ਬਾਕੀ ਹੁਣ ਪੰਜਾਬ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਇੱਕ ਆਰਟਿਸਟ ਦੇ ਹੱਥ 'ਚ ਵਾਗਡੋਰ ਆਈ ਸੂਬੇ ਦੀ। ਕੋਸ਼ਿਸ਼ ਕਰਾਂਗੇ ਕਲਚਰਲ ਆਦਾਨ ਪ੍ਰਦਾਨ ਭਾਰਤ ਸਰਕਾਰ ਦੀ ਮਦਦ ਨਾਲ ਹੋਰ ਵਧਾਈਏ। ਜਿਵੇਂ ਕੱਲ੍ਹ ਹੀ ਮੈਨੂੰ ਦੱਸ ਕੇ ਗਈ ਹੈ ਕੁੜੀ, ਆਪਣੀ ਬਾਬੂ ਰਜਬ ਅਲੀ ਹੋਰਾਂ ਦੀ ਪੋਤਰੀ ਆਈ ਸੀ ਰਿਹਾਨਾ, ਹਾਂ, ਮਿਲ ਕੇ ਗੱਲ ਆਨਰ ਕੀਤਾ ਸੀ ਉਹਨੂੰ। ਰਿਹਾਨਾ ਕਹਿੰਦੀ ਹੈ ਕਿ ਮੈਨੂੰ ਵੀਜ਼ਾ ਨਹੀਂ ਜੀ ਮਿਲਿਆ, ਮੈਂ 2-3 ਵਾਰੀ ਟਰਾਈ ਕੀਤੀ ਹੈ। ਜਦ ਕਿ ਸਾਹੋ ਕੋਈ ਪਿੰਡ ਹੈ ਮੋਗੇ ਜ਼ਿਲ੍ਹੇ 'ਚ, ਉੱਥੋਂ ਦੇ ਉਸ ਪਰਿਵਾਰ ਦੀ ਉਹ ਧੀ ਹੈ, ਜਾਣਾ ਚਾਹੁੰਦੀ ਹੈ, ਨਹੀਂ ਜਾ ਸਕਦੀ। ਜਦ ਕਿ ਬਾਬੂ ਰਜਬ ਅਲੀ ਦੀ ਕਿਤਾਬ ਲਗਭਗ ਹੁਣ ਤੱਕ ਉਹਨਾਂ ਦੀ 80 ਕਿਤਾਬਾਂ ਦੇ ਕਰੀਬ ਨੇ, ਉਹਨਾਂ 'ਚੋਂ 60-70 ਕਿਤਾਬਾਂ ਗੁਰਮੁਖੀ ਛਪ ਚੁੱਕੀਆਂ ਨੇ। ਹੋ ਨਹੀਂ ਰਹੀ, ਘੱਟੋ ਘੱਟ 30 ਬੰਦੇ PhD ਕਰ ਚੁੱਕੇ ਨੇ ਬਾਬੂ ਰਜਬ ਅਲੀ ਹੋਰਾਂ ਤੇ। ਹਾਂ, ਉਹ ਈਵਨ ਪਾਰਟੀਸ਼ਨ ਤੋਂ ਬਾਅਦ 'ਚ ਜਦੋਂ ਮੁੱਖ ਮੰਤਰੀ ਪੰਜਾਬ ਗਿਆਨੀ ਜ਼ੈਲ ਸਿੰਘ ਹੋਰੀ ਆਏ 1975 ਦੇ ਵਿੱਚ, ਉਦੋਂ ਬਾਬੂ ਜੀ ਨੂੰ ਇੱਕ ਸੋਨੇ ਦਾ ਮੈਡਲ ਦੇ ਕੇ ਗਏ ਨੇ। ਸਰ ਤੁਹਾਡੇ ਉਧਰ ਕੋਈ ਸਰਦਾਰ ਪੰਛੀ ਵੀ ਹੈਗਾ? ਬੜੇ ਵੱਡੇ ਸ਼ਾਇਰ ਨੇ ਜੀ, ਬੜੇ ਵੱਡੇ ਮੇਰੇ ਤੇ ਉਸਤਾਦ ਨੇ, ਮਿਹਰਬਾਨ ਨੇ। ਔਰ ਮੈਂ ਜਿੰਨਾ ਚਿਰ ਉਹ ਮੇਰੀ ਕਿਤਾਬ ਨਹੀਂ ਪੜ੍ਹਦੇ ਉਹਨਾਂ ਚਿਰ ਮੈਂ ਛਾਪਣ ਲਈ ਨਹੀਂ ਦਿੰਦਾ। ਉਹ ਇੱਥੋਂ ਸ਼ੇਖਪੁਰ ਦੇ ਕੋਲ ਉਹਨਾਂ ਦਾ ਪਿੰਡ ਹੈਗਾ ਭਿੱਖੀ ਵਿਰਕਾਂ, ਭਿੱਖੀ ਵਿਰਕਾਂ ਦੇ ਨੇ ਉਹ। ਵਿਜਲਾ ਸਿੰਘ ਉਹਨਾਂ ਦੇ ਪਿਤਾ ਜੀ ਸੀ, ਉਹ ਵੀ ਇਨਕਲਾਬੀ ਸ਼ਾਇਰ ਸੀ। ਨਹੀਂ ਉਹਨਾਂ ਦਾ ਬਹੁਤ ਵੱਡੇ ਇਨਸਾਨ ਨੇ, ਮੇਰੀ ਜ਼ੁਬਾਨ ਦੇ ਬਹੁਤ ਵੱਡੇ ਸ਼ਾਇਰ ਨੇ। ਸਰਦਾਰ ਪੰਛੀ, ਕਰਨੈਲ ਸਿੰਘ ਵੈਸੇ ਨਾਮ ਉਹਨਾਂ ਦਾ। ਹਾਂ, ਤੇ ਕਹਿੰਦੇ ਨੇ ਨਾਤਾਂ ਵੀ ਉਹਨਾਂ ਨੇ, ਨਾਤਾਂ ਦੀ ਕਿਤਾਬ ਉਹਨਾਂ ਦੀ ਬਹੁਤ ਪਾਪੂਲਰ ਹੈ ਉੱਥੇ। ਤੇ ਉਹਨਾਂ ਨੇ ਜਿਹੜੇ ਕਸੀਦੇ ਲਿਖੇ ਉਹਨਾਂ 'ਚ ਮੇਰਾ ਵੀ ਸ਼ਾਮਿਲ ਹੈ ਇੱਕ। ਔਰ ਮੇਰੀ, ਮੈਂ ਸਮਝ ਲਓ ਕਿ ਮੇਰੀ ਬੀਵੀ ਨੂੰ ਤਾਂ ਉਹਨਾਂ ਨੇ ਧੀ ਬਣਾਇਆ ਹੋਇਆ, ਮੇਰੇ ਬੱਚਿਆਂ ਨੂੰ ਉਹਨਾਂ ਨੇ, ਮੇਰੇ ਹਰ ਬੱਚੇ ਦਾ ਰਿਸ਼ਤਾ ਬਣਾਇਆ ਹੋਇਆ। ਮੇਰੇ ਬਹੁਤ ਮਿਹਰਬਾਨ ਨੇ, ਧੰਨ ਭਾਗ ਤੁਸੀਂ ਉਹਨਾਂ ਦਾ ਨਾਂ ਲਿਆ। ਵੱਡੇ ਸ਼ਾਇਰ, ਬਹੁਤ ਵੱਡੇ ਸ਼ਾਇਰ। ਮੈਂ ਕਿਹਾ ਕਿਉਂਕਿ ਸ਼ਾਇਰ ਨੇ ਤੇ ਤੁਸੀਂ ਬਹੁਤ ਵੱਡੇ ਸ਼ਾਇਰ, ਸ਼ਾਇਰ ਨਹੀਂ, ਬਹੁਤ ਵੱਡੇ ਸ਼ਾਇਰ ਨੇ, ਬਹੁਤ ਵੱਡੇ ਸ਼ਾਇਰ। ਬਹੁਤ ਸੋਹਣਾ ਲੱਗਿਆ ਜੀ। ਮੈਂ ਇੰਝ ਲੱਗ ਰਿਹਾ ਜਿਵੇਂ ਕੋਈ ਘਰ ਦਾ ਜੀ ਬੈਠਾ ਨਾਲ, ਤੇ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮਿਲਿਆ। ਆਪਾਂ ਹੈ ਹੀ ਭਰਾਵਾ ਜੀ ਕਰਦੇ ਹਾਂ, ਬਾਹਰ ਦਾ ਐਵੇਂ ਐਵੇਂ ਆਟਾ ਉਟਾ ਇਕੱਠਾ ਕਰਨ ਚਲੇ ਜਾਈਦਾ। ਨੌਕਰੀਆਂ ਨਕਰੀਆਂ ਕੀ ਨੇ ਆਪਣੇ ਆਪ ਦੇ ਵਿੱਚ। ਮੈਂ ਉਹ ਬਹੁਤ ਸੁਣਦਾ ਜਿਹੜਾ ਤੁਸੀਂ ਜਿਹੜੀ ਤੁਹਾਡਾ ਹੈ ਨਾ ਢਿੱਲੋਂ ਸਾਹਿਬ ਹੋਰਾਂ ਨੇ ਜਿਹੜਾ, ਹਾਂ, ਆਪਣੇ ਘਰ ਪਰਦੇਸੀਆਂ ਵਾਂਗੂ ਵਰਤਣ, ਆਪਣੇ ਘਰ ਪਰਦੇਸੀਆਂ ਵਾਂਗੂ ਵਰਤਣ ਦਾ ਅਹਿਸਾਸ ਕਿਉਂ ਹੈ, ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ। ਉਹਦੇ ਨਾਲ ਬੜੀ ਯਾਦਗਾਰ ਹੈ ਇਸ ਹੋਟਲ ਦੀ ਜੁੜੀ ਹੋਈ ਪਾਕ ਹੈਰੀਟੇਜ ਦੀ। ਉਹ ਕੀ ਹੋਇਆ, ਮੈਂ ਜਦੋਂ ਜਿਹੜੇ ਸਲਿੱਪ ਪੈਡ 'ਤੇ ਲਿਖੀ ਨਾ ਮੈਂ, ਉਹ ਕਿਤੇ ਸਲਿੱਪ ਪੈਡ ਬਿਸਤਰੇ ਦੀ ਉਹ ਜਿਹੜੀ ਪਿਛਲੀ ਬਾਹੀ ਜੀ ਹੁੰਦੀ ਉਹਦੇ 'ਚ ਫਸ ਗਿਆ। ਮੈਂ ਲੁਧਿਆਣੇ ਜਾ ਕੇ ਲੱਭਾਂ, ਕਾਗਜ਼ ਨਾ ਲੱਭੇ। ਫਿਰ ਮੈਂ ਇਹਨਾਂ ਨੂੰ ਮਾਲਕਾਂ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਤੁਸੀਂ ਬਿਸਤਰਾ ਖੋਲ੍ਹੋ, ਉੱਥੋਂ ਲੱਭ ਜਾਏ ਸ਼ਾਇਦ। ਉਹ ਕਹਿੰਦੇ ਜੀ ਉੱਥੇ ਨਹੀਂ ਤੁਹਾਡੇ ਰਿਹਾ, ਕਿਤੇ ਜਾਂ ਤਾਂ ਬੱਸ 'ਚ ਰਹਿ ਗਿਆ ਕਿਤੇ, ਜਾਂ ਕਿਤੇ ਹੋਰ ਡਿੱਗ ਪਿਆ, ਤਾਂ ਇੱਥੇ ਕੋਈ ਕਾਗਜ਼ ਨਹੀਂ ਤੁਹਾਡਾ ਉਸ ਕਮਰੇ 'ਚ। ਉਹ ਫਿਰ ਮੈਨੂੰ 3 ਸ਼ੇਰ ਜ਼ਬਾਨੀ ਯਾਦ ਸੀ, ਬਾਕੀ ਫਿਰ ਮੈਂ 4 ਜਿਹੜੇ ਨੇ ਹੋਰ ਦੁਬਾਰਾ ਕ੍ਰੀਏਟ ਕੀਤੇ। ਤੇ ਇਸ ਹੋਟਲ 'ਚ ਮੈਂ ਲਿਖੀ ਸੀ ਪਾਕ ਹੈਰੀਟੇਜ 'ਚ, ਇਸ ਕਰਕੇ ਮੈਨੂੰ ਲੱਗਦਾ ਕਿ ਉਹਦੇ ਨਾਲ ਮੇਰੀ ਸਾਂਝ, ਇਸ ਹੋਟਲ ਨਾਲ ਸਾਂਝ ਬੜੀ ਵੱਖਰੀ ਕਿਸਮ ਦੀ ਹੈ। ਬਹੁਤ ਸ਼ੁਕਰੀਆ ਭਾਜੀ। ਹੋ ਗਏ ਸੱਜਣ, ਹੋ ਗਏ ਲੰਘ ਗਏ ਦਰਿਆ, ਅਸਾਂ ਰੱਜ ਨਾਲ ਗੱਲਾਂ ਕੀਤੀਆਂ, ਸਾਡੇ ਮਨੋਂ ਲੱਥੜਾ ਚਾ। ਦੁਬਾਰਾ ਸੁਣਾਓ ਜੀ, ਦੁਬਾਰਾ। ਹੋ ਗਏ ਸੱਜਣ, ਹੋ ਗਏ, ਹੋ ਗਏ ਸੱਜਣ, ਹੋ ਗਏ ਲੰਘ ਗਏ ਦਰਿਆ, ਅਸਾਂ ਰੱਜ ਨਾਲ ਗੱਲਾਂ ਕੀਤੀਆਂ, ਸਾਡੇ ਮਨੋਂ ਲੱਥੜਾ ਚਾ। ਸੋ ਭੁੱਖ ਕਾਇਮ ਰਹਿਣੀ ਚਾਹੀਦੀ ਹੈ। ਇਸ ਭੁੱਖ ਦੀ ਪੂਰਤੀ ਵਾਸਤੇ ਆਪਾਂ ਮੁਹੱਬਤ ਦਾ ਪ੍ਰਸ਼ਾਦਾ ਪਾਣੀ ਛਕੀਏ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ।